subscribe our channel and press the bell icon ताकि कोई भी नवी अपडेट तुसी मिस ना करो। ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗੁਰਬਾਜ ਸਿੰਘ ਬਰਾੜ ਵੱਲੋਂ ਜੀ ਆਇਆਂ ਸਵਾਗਤ ਹੈ ਜੀ। ਸੋ ਅੱਜ ਦੇ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਖਾਸ ਮਹਿਮਾਨ ਨਾਲ ਮੁਲਾਕਾਤ ਕਰਾਂਗੇ। ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਵਿੱਚ 3 ਕਿਸਾਨੀ ਕਾਨੂੰਨਾਂ ਦੇ ਖਿਲਾਫ ਕਿਸਾਨ ਸੜਕਾਂ 'ਤੇ ਆਏ ਹੋਏ ਨੇ। ਕਈ ਹਫ਼ਤਿਆਂ ਤੋਂ ਤਕਰੀਬਨ 3 ਹਫ਼ਤਿਆਂ ਤੋਂ ਵਧੇਰੇ ਸਮਾਂ ਹੋ ਗਿਆ। ਪੰਜਾਬ, ਹਰਿਆਣਾ, ਯੂਪੀ ਤੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਵੱਲੋਂ ਪੋਹ ਦੇ ਮਹੀਨੇ ਠੰਡੀਆਂ ਰਾਤਾਂ ਦੇ ਵਿੱਚ ਕਿਸਾਨ ਅੰਦੋਲਨ ਮੰਗਾਇਆ ਹੋਇਆ ਤੇ ਇਸ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ। ਇਹ ਖੇਤੀ ਕਾਨੂੰਨ ਲਿਆਉਣ ਦੇ ਵਿੱਚ ਇੰਨੀ ਕਾਹਲੀ ਕਿਉਂ ਕੀਤੀ ਗਈ ਕਿ ਭਾਰਤ ਦੇ ਅਧਿਕਾਰੀਆਂ ਨੇ, ਭਾਰਤੀ ਹਕੂਮਤ ਨੇ ਹੋਰਨਾਂ ਸੂਬਿਆਂ ਦੇ ਸੰਵਿਧਾਨਕ ਹੱਕਾਂ 'ਤੇ ਡਾਕਾ ਮਾਰਿਆ। ਮਹਾਮਾਰੀ ਦਾ ਦੌਰ ਚੱਲ ਰਿਹਾ ਤਾਂ ਇਸ ਦੌਰ ਦੇ ਵਿੱਚ ਜਦੋਂ ਕਿਸਾਨਾਂ ਵੱਲੋਂ ਅਜਿਹੇ ਕਾਨੂੰਨਾਂ ਦੀ ਮੰਗ ਤੱਕ ਨਹੀਂ ਕੀਤੀ ਗਈ, ਇਹ ਕਾਨੂੰਨ ਲਿਆਉਣੇ, ਆਰਡੀਨੈਂਸ ਲਿਆਉਣਾ ਅਤੇ ਰਾਜ ਸਭਾ ਵਿੱਚ ਜਿਸ ਤਰ੍ਹਾਂ ਇਸ ਨੂੰ ਪਾਸ ਕਰਵਾਉਣਾ, ਇਹ ਸਰਕਾਰ ਦੀ ਨੀਅਤ 'ਤੇ ਸਵਾਲ ਖੜ੍ਹੇ ਕਰਦਾ ਹੈ। ਅੱਜ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅਸੀਂ ਇਹਨਾਂ ਤਿੰਨੋਂ ਖੇਤੀ ਕਾਨੂੰਨਾਂ ਦੀ ਨਿਰਖ ਪਰਖ ਕਰਾਂਗੇ ਅਤੇ ਮੇਰੇ ਨਾਲ ਬਹੁਤ ਹੀ ਸਤਿਕਾਰਤ ਸ਼ਖਸੀਅਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ, ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਨੇ, ਉੱਘੇ ਅਰਥ ਸ਼ਾਸਤਰੀ ਨੇ, ਪੰਜਾਬ ਦੀਆਂ ਮੰਨੀਆਂ ਪ੍ਰਮੰਨੀਆਂ ਯੂਨੀਵਰਸਿਟੀਆਂ ਦੇ ਵਿੱਚ ਅਧਿਐਨ ਅਤੇ ਅਧਿਆਪਨ ਦੇ ਨਾਲ ਜੁੜੇ ਰਹੇ ਨੇ, ਪ੍ਰੋਫੈਸਰ ਰਹੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਵਿੱਚ ਅਤੇ ਅੱਜ ਕੱਲ੍ਹ ਕ੍ਰਿਡ ਚੰਡੀਗੜ੍ਹ ਦੇ ਵਿੱਚ ਉਹ ਬਤੌਰ ਅਰਥ ਸ਼ਾਸਤਰ ਦੇ ਪ੍ਰੋਫੈਸਰ ਆਪਣੀਆਂ ਸਰਵਿਸਿਜ਼ ਦੇ ਰਹੇ ਨੇ। ਉਹਨਾਂ ਦੇ ਆਰਟੀਕਲ ਤੁਹਾਨੂੰ ਪੰਜਾਬੀ ਅਤੇ ਅਖਬਾਰਾਂ ਤੋਂ ਇਲਾਵਾ ਹੋਰ ਵੱਖ-ਵੱਖ ਕੌਮਾਂਤਰੀ ਪੱਧਰ ਦੇ ਮੈਗਜ਼ੀਨਾਂ ਦੇ ਵਿੱਚ ਵੀ ਪੜ੍ਹਨ ਨੂੰ ਮਿਲਦੇ ਨੇ। ਦੇਸ਼ ਵਿਦੇਸ਼ ਦੇ ਮੀਡੀਆ ਦੇ ਵਿੱਚ ਟੀਵੀ ਚੈਨਲਾਂ ਦੇ ਰਾਹੀਂ ਉਹ ਸਾਨੂੰ ਗੱਲਬਾਤ ਦੇ ਰਾਹੀਂ ਗਿਆਨ ਦਾ ਚਾਨਣ ਵੰਡਦੇ ਰਹਿੰਦੇ ਨੇ। ਮੇਰੇ ਨਾਲ ਜੀ ਆਇਆਂ ਕਹਿਣ ਲਈ ਮੈਂ ਬੁਲਾ ਰਿਹਾ ਜੀ ਡਾਕਟਰ ਸੁੱਚਾ ਸਿੰਘ ਗਿੱਲ ਹੋਰਾਂ ਨੂੰ। ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ। ਡਾਕਟਰ ਸਾਹਿਬ, ਜਿਸ ਤਰ੍ਹਾਂ ਖੇਤੀ ਅੰਦੋਲਨ ਜੂਨ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਜੀ, ਜਦੋਂ ਇਹ ਆਰਡੀਨੈਂਸ ਅਜੇ ਲਿਆਂਦੇ ਜਾਣੇ ਸਨ, ਤੁਹਾਡੇ ਵਰਗੇ ਵਿਦਵਾਨਾਂ ਨੇ ਪਹਿਲਾਂ ਹੀ ਕਿਸਾਨਾਂ ਦੇ ਕੰਨ ਖੜ੍ਹੇ ਕਰ ਦਿੱਤੇ ਕਿ ਇਹ ਜਿਹੜੇ ਕਾਨੂੰਨ ਲਿਆਉਣ ਦੀਆਂ ਤਜਵੀਜ਼ਾਂ ਸਰਕਾਰ ਵੱਲੋਂ ਜਿਹੜੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਨੇ, ਇਹ ਕਿਸਾਨੀ ਲਈ ਮਾਰੂ ਸਾਬਤ ਹੋਣਗੀਆਂ। ਸੋ ਅਜਿਹਾ ਕੀ ਹੈ ਇਹਨਾਂ ਤਿੰਨੋਂ ਕਾਨੂੰਨਾਂ ਨੂੰ ਜੇ ਆਪਾਂ ਸਮੁੱਚ ਦੇ ਵਿੱਚ ਦੇਖੀਏ ਜੀ, ਇਹ ਕਿਸਾਨੀ ਦੇ ਲਈ ਕਿਵੇਂ ਮਾਰੂ ਸਾਬਤ ਹੋਣਗੇ? ਮੰਡੀਆਂ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ ਕਿ ਪੈਰਲਲ ਮੰਡੀ, ਜਿਹਨੂੰ ਇੱਕ ਆਜ਼ਾਦੀ ਦਾ ਨਾਂ ਦਿੱਤਾ ਜਾ ਰਿਹਾ ਕਿ ਖੁੱਲ੍ਹ ਮਿਲ ਜਾਏਗੀ, ਕਿਸਾਨ ਕਿਸੇ ਵੀ ਸੂਬੇ ਦੇ ਵਿੱਚ ਆਪਣੀ ਫਸਲ ਵੇਚ ਸਕਣਗੇ। ਇਹ ਕਿਹਾ ਜਾ ਰਿਹਾ ਕਿ ਹੁਣ ਤਾਂ ਆਲੂ ਗੰਢੇ ਵੀ ਸਟੋਰ ਕੀਤੇ ਜਾ ਸਕਣਗੇ ਅਤੇ ਕਿਸਾਨ ਜਦੋਂ ਮਰਜ਼ੀ ਖੁੱਲ੍ਹੀ ਮਾਰਕੀਟ ਦੇ ਵਿੱਚ ਵੱਧ ਭਾਅ 'ਤੇ ਇਹਨਾਂ ਨੂੰ ਵੇਚ ਸਕੇਗਾ। ਪਰ ਇਹਦੇ ਪਿੱਛੇ ਸਰਕਾਰ ਦੀ ਨੀਅਤ ਕੀ ਹੈ ਜੀ? ਇਸ ਨੀਤੀ ਪਿੱਛੇ ਇਹ ਜਿਹੜੀਆਂ ਸਰਕਾਰੀ ਦਲੀਲਾਂ ਨੇ, ਇਹ ਤਾਂ ਕਹਿ ਰਹੀਆਂ ਨੇ ਕਿ ਅਸੀਂ ਕਿਸਾਨ ਦੇ ਵੈਲਫੇਅਰ ਵਾਸਤੇ ਕਾਨੂੰਨ ਲਿਆਂਦੇ ਨੇ, ਲੇਕਿਨ ਅਸਲੀਅਤ ਇਹਦੀ ਇਹ ਹੈ ਕਿ ਕੋਵਿਡ ਮਹਾਮਾਰੀ ਜਦੋਂ ਫੈਲੀ ਹੈ, ਬਹੁਤ ਸਾਰੀਆਂ ਐਕਟੀਵਿਟੀਜ਼ ਰੋਕੀਆਂ ਪਈਆਂ ਨੇ। ਉਹਦੇ 'ਚ ਆਰਡੀਨੈਂਸ ਲਿਆਉਣਾ 5 ਜੂਨ ਨੂੰ, ਉਸ ਤੋਂ ਬਾਅਦ ਅਕਤੂਬਰ ਦੇ ਮਹੀਨੇ ਇਹਨਾਂ ਨੂੰ ਬਿੱਲ ਦੀ ਸ਼ਕਲ ਦੇ ਕੇ ਮੱਧ ਅਕਤੂਬਰ ਦੇ ਵਿੱਚ ਪਾਰਲੀਮੈਂਟ 'ਚ ਜਲਦੀ ਪਾਸ ਕਰਾਉਣਾ। ਆਪੋਜੀਸ਼ਨ ਦੀ ਮੰਗ ਦੇ ਬਾਵਜੂਦ ਕਿ ਇਹਨੂੰ ਸਿਲੈਕਟ ਕਮੇਟੀ ਨੂੰ ਦਿੱਤਾ ਜਾਏ, ਉਹ ਨਹੀਂ ਕੀਤਾ। ਫਿਰ ਆਪੋਜੀਸ਼ਨ ਨੇ ਕਿਹਾ ਕਿ ਤੇ ਵੋਟਾਂ ਪਾਈਆਂ ਜਾਣ, ਉਹ ਵੋਟਾਂ ਨਹੀਂ ਪਾਈਆਂ ਗਈਆਂ ਅਤੇ ਵਾਇਸ ਵੋਟ ਨਾਲ ਇਹਨੂੰ ਪਾਸ ਕਰਨ ਕੇ ਅਗਲੇ ਦਿਨ ਹੀ ਰਾਸ਼ਟਰਪਤੀ ਤੋਂ ਸਾਈਨ ਕਰਾ ਕੇ ਇਹ ਕਾਨੂੰਨ ਲੋਕਾਂ ਦੇ ਉੱਤੇ ਥੋਪ ਦਿੱਤੇ ਗਏ। ਸੋ ਜੇ ਕੰਸਲਟੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਫਾਲੋ ਨਹੀਂ ਕੀਤਾ ਗਿਆ। ਪਰ ਇਹਦੇ 'ਚ ਖੇਤੀ ਕਾਨੂੰਨਾਂ ਦੇ ਕਿਸਾਨਾਂ 'ਤੇ ਅਸਰ ਦੇ ਨਾਲ ਇੱਕ ਵੱਡੀ ਜਿਹੜੀ ਗੱਲ ਹੈ ਕਿ ਫੈਡਰਲਿਜ਼ਮ ਜੋ ਮੁਲਕ ਵਿੱਚ ਹੈ, ਫੈਡਰਲ ਢਾਂਚਾ ਹੈ, ਜਿਹੜੇ ਸੂਬਾ ਸਰਕਾਰਾਂ ਨੇ ਉਹਨਾਂ ਦਾ ਆਪਣਾ ਇੱਕ ਅਧਿਕਾਰ ਖੇਤਰ ਹੈ ਜਿਹਦੇ ਤੋਂ ਕਾਨੂੰਨ ਬਣਾ ਸਕਦੇ ਨੇ ਔਰ ਕਾਨੂੰਨ ਲਾਗੂ ਕਰਨ ਵਾਸਤੇ ਬਾਈ ਲਾਅ ਬਣਾ ਸਕਦੇ ਨੇ। ਖੇਤੀਬਾੜੀ ਉਹਦੇ 'ਚੋਂ ਇੱਕ ਹੈ ਅਤੇ ਇਹਨਾਂ ਨੇ ਐਸੇ ਕਾਨੂੰਨ ਬਣਾ ਕੇ ਜਿਹੜਾ ਫੈਡਰਲ ਢਾਂਚਾ ਮੁਲਕ ਦਾ ਉਹਦੇ 'ਤੇ ਸੱਟ ਮਾਰੀ ਹੈ
ਔਰ ਜਿਹੜੀਆਂ ਸਟੇਟਾਂ ਨੇ, ਸੂਬੇ ਨੇ, ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੀ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਕੱਲੇ ਪੰਜਾਬ ਨੂੰ ਜੇ ਇਹ ਮੰਡੀਆਂ ਬੰਦ ਹੋ ਜਾਂਦੀਆਂ ਨੇ ਸਰਕਾਰੀ, ਤਾਂ 38-3900 ਕਰੋੜ ਦਾ ਸਾਲਾਨਾ ਇਕੱਲੇ ਪੰਜਾਬ ਨੂੰ ਨੁਕਸਾਨ ਹੁੰਦਾ ਹੈ। 2000 ਕਰੋੜ ਦੇ ਆਸ-ਪਾਸ ਹਰਿਆਣੇ ਨੂੰ ਨੁਕਸਾਨ ਹੁੰਦਾ ਹੈ। ਇਸੇ ਤਰ੍ਹਾਂ ਹੋਰ ਸੂਬਿਆਂ ਵਿੱਚ ਵੀ ਇਹ ਰੈਵਨਿਊ ਫਾਲ ਹੋਏਗਾ। ਜੀ ਤੇ ਇਹ ਜਿਹੜੇ ਸਟੇਟ ਸਬਜੈਕਟਸ ਨੇ ਜਿਹਦੇ 'ਚ ਖੇਤੀਬਾੜੀ ਆਉਂਦੀ ਹੈ, ਉਹਨਾਂ ਦੇ ਸੰਬੰਧ ਵਿੱਚ ਮੰਡੀਆਂ ਬਣਾਉਣਾ ਔਰ ਉਹਨਾਂ ਦੇ ਉੱਪਰ ਟੈਕਸ ਲਾਉਣਾ, ਸੈਸ ਲਾਉਣਾ, ਰੂਰਲ ਡਿਵੈਲਪਮੈਂਟ ਫੰਡ ਉਹਦੇ ਵਾਸਤੇ ਪ੍ਰਾਪਤ ਕਰਨਾ, ਇਹ ਸਟੇਟ ਦੇ ਅਧਿਕਾਰ ਖੇਤਰ 'ਚ ਹੈ। ਸੋ ਇਹਨਾਂ ਨੇ ਜਿਹੜਾ ਫੈਡਰਲ ਢਾਂਚਾ ਹੈ ਉਹਨੂੰ ਕਮਜ਼ੋਰ ਕੀਤਾ ਹੈ, ਸਟੇਟਾਂ ਨੂੰ ਕੰਸਲਟ ਨਹੀਂ ਕੀਤਾ ਔਰ ਕਿਸਾਨੀ ਦੇ ਉੱਤੇ ਡੂੰਘੀ ਸੱਟ ਮਾਰੀ ਹੈ। ਜੀ ਬਿਲਕੁਲ ਇਹ ਕਿਹਾ ਕਿ ਕਿਸਾਨਾਂ ਨੂੰ ਖੁੱਲ੍ਹ ਹੋਏਗੀ ਕਿ ਜਿੱਥੇ ਮਰਜ਼ੀ ਮਾਲ ਵੇਚਣ। ਜੀ ਲੇਕਿਨ ਆਪਾਂ ਨੂੰ ਇਹ ਪਤਾ ਹੈ, ਜਿਹੜੇ ਖਾਸ ਕਰਕੇ ਕਿਸਾਨੀ ਦੇ ਸੰਬੰਧ ਦੇ ਵਿੱਚ ਜਾਂ ਤਾਂ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਜਾਂ ਖੇਤੀ ਦਾ ਅਧਿਐਨ ਕੀਤਾ ਹੈ, ਕਿ ਛੋਟਾ ਕਿਸਾਨ ਜਿਹਦੇ ਕੋਲ 2.5 ਏਕੜ ਜ਼ਮੀਨ ਤੇ ਖੇਤੀ ਕਰਦਾ ਹੈ ਜਾਂ 5 ਏਕੜ ਤੇ ਖੇਤੀ ਕਰਦਾ, ਉਹ ਤਾਂ ਮਸਾਂ ਹੀ ਆਪਣੇ ਨੇੜੇ ਦੀ ਮੰਡੀ 'ਚ ਸਮਾਨ ਲਿਜਾ ਕੇ ਵੇਚ ਸਕਦਾ ਹੈ। ਜੀ ਉਹ ਮੁੰਬਈ ਵਿੱਚ ਜਾਂ ਹੈਦਰਾਬਾਦ ਵਿੱਚ ਜਾਂ ਕੋਲਕਾਤਾ ਦੇ ਵਿੱਚ, ਉਹ ਦਿੱਲੀ 'ਚ ਨਹੀਂ ਵੇਚ ਸਕਦਾ। ਜੀ ਦਿੱਲੀ ਵਿੱਚ ਵੇਚਣ ਵਾਸਤੇ ਵਪਾਰੀ ਕੰਮ ਕਰਦੇ ਨੇ। ਇਹ ਜਿਹੜੀ ਖੁੱਲ੍ਹ ਦੇਣ ਵਾਲੀ ਗੱਲ ਹੈ, ਇਹ ਮੇਨਲੀ ਵੱਡੀਆਂ ਕਾਰਪੋਰੇਟ ਕੰਪਨੀਆਂ ਨੂੰ ਹੈ। ਜੀ ਜੇ ਤਿੰਨੇ ਕਾਨੂੰਨਾਂ ਨੂੰ ਇਕੱਠੇ ਪੜ੍ਹੀਏ, ਅਸੈਂਸ਼ੀਅਲ ਕਮੋਡਿਟੀ ਐਕਟ, ਕੰਟਰੈਕਟ ਐਕਟ ਤੇ ਐਗਰੀਕਲਚਰ ਮਾਰਕੀਟਿੰਗ ਵਾਲੇ ਐਕਟ, ਤਿੰਨ ਜਿਹੜੇ ਆ, ਜਿਹਨਾਂ ਨੂੰ ਇਕੱਠਿਆਂ ਪੜ੍ਹਿਆ ਜਾਏ, ਉਹ 'ਚ ਕਾਮਨ ਰਨਿੰਗ ਥ੍ਰੈਡ ਹੈ, ਇੱਕ ਧਾਰਾ ਹੈ ਸਾਂਝੀ। ਉਹ ਧਾਰਾ ਕੀ ਹੈ? ਇਹਦੇ 'ਚ ਕਿਹਾ ਗਿਆ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ 3 ਨਾਵਾਂ ਨਾਲ ਲਿਖਿਆ ਗਿਆ ਵੱਖ-ਵੱਖ ਥਾਵਾਂ ਤੇ। ਜੀ ਉਹ ਜਿਹੜੇ ਹੋਲਸੇਲ ਡੀਲਰ ਨੇ ਅਨਾਜ ਦੇ ਜਾਂ ਖੇਤੀ ਵਸਤਾਂ ਦੇ, ਤੇ ਉਹ ਜਿਹੜੇ ਐਕਸਪੋਰਟ ਕਰਦੇ ਨੇ ਇਹਨਾਂ ਵਸਤਾਂ ਨੂੰ। ਜੀ ਤੀਸਰੇ ਜਿਹੜੀ ਐਗਰੋ ਪ੍ਰੋਸੈਸਿੰਗ ਵਿੱਚ ਇਨਵੋਲਵਡ ਨੇ। ਜੀ ਇਹ 3 ਜਿਹੜੇ ਲੋਕ ਨੇ, ਅਸੈਂਸ਼ੀਅਲ ਕਮੋਡਿਟੀ ਸਰਵਿਸਿਜ਼ ਕਮੋਡਿਟੀ ਅਮੈਂਡਮੈਂਟ ਐਕਟ ਦੇ ਵਿੱਚ ਕਿਹਾ ਗਿਆ ਕਿ ਉਹ ਜਿੰਨਾ ਮਰਜ਼ੀ ਚਾਹੁਣ ਖਰੀਦ ਕੇ ਭੰਡਾਰਨ ਕਰ ਸਕਦੇ ਨੇ। ਜੀ ਤੇ ਉਹਨੂੰ ਸਟੋਰ ਕੀਤੇ ਮਾਲ ਨੂੰ ਉਹ ਖਰੀਦ ਲੈਂਦੇ ਨੇ। ਜੀ ਤੋਂ 50% ਦੀ ਵੱਧ ਅਨਾਜ ਵਾਧੂ ਕੀਮਤ ਤੇ ਵੇਚ ਸਕਦੇ ਨੇ। ਜੀ ਸਬਜ਼ੀਆਂ ਦੇ ਫਲ ਜਿਹੜੇ ਆ 100% ਦੀ ਵੱਧ ਕੀਮਤ ਤੱਕ ਵੇਚ ਲੈਣ ਤੇ ਸਰਕਾਰ ਨੂੰ ਕੋਈ ਉਜਰਦਾਰੀ ਨਹੀਂ ਹੋਏਗੀ। ਇਹ ਤਾਂ ਮਸਨੂਈ ਮੰਗ ਜਿਹੜੀ ਘਾਟ ਪੈਦਾ ਕਰਕੇ ਕੀਮਤਾਂ ਵਧਾ ਲਈਆਂ ਜਾਣਗੀਆਂ ਜੀ, ਤੇ ਫਿਰ ਬਲੈਕ ਮਾਰਕੀਟਿੰਗ ਸ਼ੁਰੂ ਹੋਏਗੀ, ਬੜੀ ਵੱਡੀ ਢਾਲ ਲੱਗੇਗੀ। ਇਹ ਮਸਲਾ ਫਿਰ ਇਹ ਤਾਂ ਕੰਜ਼ਿਊਮਰ ਨਾਲ ਵੀ ਜੁੜਿਆ ਹੋਇਆ ਜੀ, ਖਪਤਕਾਰ ਨੂੰ ਵੀ ਵੱਧ ਕੀਮਤਾਂ ਤੇ ਜਿਹੜੇ ਜ਼ਰੂਰੀ ਵਸਤਾਂ ਮਿਲਣਗੀਆਂ ਜੀ। ਜਿਹੜਾ ਜਿਸ ਤਰ੍ਹਾਂ ਇਹਨਾਂ ਨੇ ਅਸੈਂਸ਼ੀਅਲ ਕਮੋਡਿਟੀ ਐਕਟ ਨੂੰ ਅਮੈਂਡ ਕੀਤਾ ਹੈ, ਉਹਦੇ 'ਚ ਬੇਸਿਕਲੀ ਇਹਨਾਂ ਨੇ ਜ਼ਖੀਰੇਬਾਜ਼ੀ ਹੀ ਦੀ ਇਜਾਜ਼ਤ ਦਿੱਤੀ ਹੈ। ਔਰ ਉਹ ਇਹ ਪਤਾ ਆਪਾਂ ਨੂੰ ਕਿ ਕਿਵੇਂ 1998 ਦੇ ਵਿੱਚ ਸੁਸ਼ਮਾ ਸਵਰਾਜ ਦੀ ਦਿੱਲੀ ਦੀ ਗਵਰਨਮੈਂਟ ਪਿਆਜ਼ਾਂ, ਗੰਢਿਆਂ ਦੀ ਕੀਮਤ ਕਰਕੇ ਗਿਰ ਗਈ ਸੀਗੀ। ਬੜੀ ਉਹਨਾਂ ਨੇ ਜ਼ਖੀਰੇਬਾਜ਼ੀ ਕਰ ਲਈ ਤੇ ਪਿਆਜ਼ ਅਵੇਲੇਬਲ ਨਹੀਂ ਸੀ। ਫਿਰ ਪਾਕਿਸਤਾਨ ਤੋਂ ਪਿਆਜ਼ ਇੰਪੋਰਟ ਕਰਕੇ ਘਾਟ ਜਿਹੜੀ ਆ ਉਹ ਪੂਰੀ ਕੀਤੀ ਗਈ ਜੀ। ਸੋ ਹੁਣ ਜਿਹੜਾ ਇਹਨਾਂ ਨੇ ਅਨਾਜ ਵਿੱਚ, ਸਬਜ਼ੀਆਂ 'ਚ, ਫਲਾਂ 'ਚ ਪਹਿਲਾਂ 100 ਕੁਇੰਟਲ ਤੋਂ ਵੱਧ ਜਿਹੜਾ ਰੱਖਦਾ ਉਹਦੇ ਖਿਲਾਫ ਐਕਸ਼ਨ ਲਿਆ ਜਾ ਸਕਦਾ ਸੀਗਾ। ਹੁਣ ਜਿੰਨਾ ਮਰਜ਼ੀ ਭੰਡਾਰੀ ਕਰਨ। ਇੱਕ ਇਹ ਇਹਨਾਂ ਨੇ ਕੀਤਾ ਹੈ। ਦੂਸਰਾ ਜਿਹੜਾ ਮਾਰਕੀਟ ਪ੍ਰੋਡਿਊਸ ਵਾਲਾ ਜਿਹੜਾ ਐਕਟ ਹੈ, ਉਹ ਇਹਨਾਂ ਨੇ ਕਿਹਾ ਕਿ ਸਟੇਟਾਂ ਦੇ ਵਿੱਚ ਹੁਣ 2 ਕਿਸਮ ਦੀਆਂ ਮੰਡੀਆਂ ਹੋਣਗੀਆਂ ਜੀ। ਇਹ ਇੱਕ ਤਾਂ ਸਰਕਾਰੀ ਮੰਡੀਆਂ, ਜਿਹਨਾਂ ਨੂੰ APMC ਮੰਡੀਆਂ ਵੀ ਕਹਿੰਦੇ ਨੇ। ਉਹ ਮੰਡੀਆਂ ਜਿਹੜੀਆਂ ਨੇ ਉਹਦੇ 'ਚ ਉਹਨਾਂ ਦਾ ਪ੍ਰਬੰਧ ਜਿਹੜੇ ਨੇ ਕਿਸਾਨਾਂ ਦੇ ਨੋਮੀਨੇਟਡ ਜਾਂ ਇਲੈਕਟਡ ਨੁਮਾਇੰਦੇ ਕਰਦੇ ਨੇ। ਉਹਨਾਂ ਦੀ ਜਗ੍ਹਾ ਇਹ ਕਹਿੰਦੇ ਨੇ ਕਿ ਪ੍ਰਾਈਵੇਟ ਮੰਡੀਆਂ ਹੋਣਗੀਆਂ। ਪ੍ਰਾਈਵੇਟ ਮੰਡੀਆਂ ਜਿਹੜੀਆਂ ਨੇ ਉਹ ਵੱਡੇ ਅਦਾਰੇ ਬਣਾ ਸਕਣਗੇ ਔਰ ਉਹ ਉਹਨਾਂ ਨੂੰ ਸਰਕਾਰ, ਸੂਬਾ ਸਰਕਾਰ ਤੋਂ ਕਿਸੇ ਕਿਸਮ ਦੀ ਕੋਈ ਪਰਮਿਸ਼ਨ ਦੀ ਲੋੜ ਨਹੀਂ, ਕੋਈ ਲਾਇਸੈਂਸ ਦੀ ਲੋੜ ਨਹੀਂ। ਉਹਨਾਂ ਮੰਡੀਆਂ ਦੇ ਵਿੱਚ ਨਾ ਤਾਂ ਮੰਡੀ ਫੀਸ ਲੱਗੇਗੀ, ਨਾ ਰੂਰਲ ਡਿਵੈਲਪਮੈਂਟ ਫੰਡ ਚਾਰਜ ਹੋਏਗਾ, ਨਾ ਕੋਈ ਆੜ੍ਹਤੀਏ ਨੂੰ ਕਮਿਸ਼ਨ ਦਿੱਤਾ ਜਾਏਗਾ ਜੀ। ਬਿਲਕੁਲ। ਸੋ ਇਹੀ ਡਾਕਟਰ ਸਾਹਿਬ ਜਿਹੜੀ ਸਰਕਾਰ ਗੱਲ ਵਾਰ-ਵਾਰ ਕਹਿ ਰਹੀ ਹੈ ਕਿ ਅਸੀਂ ਵਿਚੋਲਿਆਂ ਨੂੰ ਖਤਮ ਕਰ ਰਹੇ ਹਾਂ, ਕਿ ਆੜ੍ਹਤੀ ਨੂੰ ਫੀਸ ਨਹੀਂ ਦੇਣੀ ਪੈਣੀ। ਜਿਹੜੇ ਟਰੇਡਰ, ਕਮਿਸ਼ਨ ਏਜੰਟ ਨੇ, ਆਪਾਂ ਦੇਖਦੇ ਹਾਂ ਮੰਡੀਆਂ 'ਚ ਜਿਨ੍ਹਾਂ ਦੀਆਂ ਦੁਕਾਨਾਂ ਹੁੰਦੀਆਂ ਨੇ, ਉਹਨਾਂ ਨੂੰ ਸਰਕਾਰ ਕਹਿੰਦੀ ਕਿ ਬਾਈਪਾਸ ਕਰਕੇ ਸਿੱਧਾ ਜਿਹੜਾ ਵਪਾਰੀ ਖਰੀਦੇਗਾ ਕਿਸਾਨ ਤੋਂ, ਤੇ ਉਹਨੂੰ ਵੱਧ ਭਾਅ ਮਿਲੇਗਾ ਖੁੱਲ੍ਹੀ ਮੰਡੀ ਦੇ ਵਿੱਚ। ਪਰ ਤੁਸੀਂ ਜ਼ਿਆਦਾ ਇਸ ਗੱਲ ਨੂੰ ਸਮਝਦੇ ਹੋ, ਸਾਡੇ ਦੇਖਣ ਵਾਲਿਆਂ ਨੂੰ ਵੀ ਇਹ ਗੱਲ ਸਮਝਾਓ ਕਿ ਖੁੱਲ੍ਹੀ ਮੰਡੀ ਦੇ ਵਿੱਚ ਕਿਸਾਨ ਕਿਵੇਂ ਮਾਰ ਖਾਂਦਾ ਜੀ, ਉਹਨੂੰ ਉਚਿਤ ਭਾਅ ਕਿਉਂ ਨਹੀਂ ਮਿਲਦਾ? ਮੈਂ ਇਹੀ ਦੱਸਣ ਜਾ ਰਿਹਾ ਸੀਗਾ ਕਿ ਜਿਹੜਾ ਪ੍ਰਾਈਵੇਟ ਮੰਡੀਆਂ ਨੇ, ਜਿਹਦੇ 'ਚ ਕਿਸੇ ਕਿਸਮ ਦਾ ਸਰਕਾਰ ਦਾ ਕੋਈ ਦਖਲ ਨਹੀਂ ਹੋਏਗਾ ਜੀ, ਨਾ ਸਰਕਾਰ ਦੇ ਕੋਲ ਉਹਨਾਂ ਨੇ ਲਾਇਸੈਂਸ ਲਿਆ ਹੋਏਗਾ,
ਤੇ ਨਾ ਹੀ ਕਿਸਾਨ ਦੇ ਵਿੱਚ ਤੇ ਜਿਹੜਾ ਖਰੀਦਦਾਰ ਹੈ ਉਹਦੇ ਝਗੜਾ ਹੋਣ ਦੀ ਸੂਰਤ ਵਿੱਚ ਕੋਈ ਕਚਹਿਰੀ 'ਚ ਵੀ ਕੇਸ ਨਹੀਂ ਕਰ ਸਕਦਾ। ਸੋ ਇਹ ਮੈਂ ਇਸ ਨੂੰ ਸਮਝਾਉਣ ਵਾਸਤੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਿਹਾਰ ਦੇ ਵਿੱਚ APSC ਮੰਡੀਆਂ ਖਤਮ ਕਰ ਦਿੱਤੀਆਂ ਗਈਆਂ 2006 'ਚ ਜੀ। ਤੇ ਉੱਥੇ ਕਦੇ ਵੀ ਕਿਸਾਨਾਂ ਨੂੰ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਦੇ ਬਰਾਬਰ ਭਾਅ ਨਹੀਂ ਮਿਲਿਆ। 500-600 ਰੁਪਏ ਕੁਇੰਟਲ ਤੇ ਉਹਨਾਂ ਦੀ ਫਸਲ ਘੱਟ ਤੇ ਵਿਕਦੀ ਹੈ ਮਿਨੀਮਮ ਸਪੋਰਟ ਪ੍ਰਾਈਸ ਤੋਂ। ਤੇ ਜਿੱਥੇ ਇਹ ਸਰਕਾਰ ਪ੍ਰਕਿਓਰ ਨਹੀਂ ਕਰਦੀ, ਪੰਜਾਬ ਦੇ ਵਿੱਚ ਵੀ ਇਸ ਸਾਲ ਮੱਕੀ ਦੀ ਕੀਮਤ 1850 ਰੁਪਏ ਫਿਕਸ ਕੀਤੀ ਗਈ ਸੀਗੀ ਸਰਕਾਰ ਵੱਲੋਂ, ਲੇਕਿਨ ਮੰਡੀਆਂ ਦੇ ਵਿੱਚ ਕਿਉਂਕਿ ਸਰਕਾਰ ਖਰੀਦ ਨਹੀਂ ਕਰਦੀ, ਤਾਂ ਇਸ ਕਰਕੇ ਮੱਕੀ ਜਿਹੜੀ ਆ 800 ਰੁਪਏ ਕੁਇੰਟਲ ਤੋਂ ਲੈ ਕੇ 1200 ਰੁਪਏ ਕੁਇੰਟਲ ਦੇ ਵਿੱਚ ਵਿਕੀ ਹੈ ਬਹੁਤ ਸਾਰੀਆਂ ਪੰਜਾਬ ਦੀਆਂ ਮੰਡੀਆਂ 'ਚ। ਜੀ ਬਿਲਕੁਲ। ਬਿਹਾਰ ਵਿੱਚ ਇਸ ਤੋਂ ਵੀ ਸਸਤੀ ਵਿਕੀ ਹੈ ਮੱਕੀ। ਸੋ ਇਸ ਕਰਕੇ ਜਿੱਥੇ ਮੰਡੀਆਂ ਨਹੀਂ ਹਨ, ਜਿੱਥੇ ਸਰਕਾਰ ਖਰੀਦ ਨਹੀਂ ਕਰਦੀ, ਜੀ ਸਾਰਾ ਕੰਮ ਪ੍ਰਾਈਵੇਟ ਨੂੰ ਦਿੱਤਾ ਜਾਂਦਾ ਹੈ, ਉੱਥੇ ਇਹਨਾਂ ਚੀਜ਼ਾਂ ਦੇ ਭਾਅ ਗਿਰ ਜਾਂਦੇ ਨੇ ਬਹੁਤ ਜ਼ਿਆਦਾ। ਜੀ ਬਿਲਕੁਲ। ਤੇ ਤੀਸਰਾ ਜਿਹੜਾ ਕਾਨੂੰਨ ਆ ਕੰਟਰੈਕਟ ਫਾਰਮਿੰਗ ਦਾ, ਜੀ ਕਿ ਕਿਸਾਨਾਂ ਨਾਲ ਕੰਟਰੈਕਟ ਕਰ ਲੈਣਗੇ ਵੱਡੇ ਵੱਡੇ ਵਪਾਰੀ ਜਿਹੜੇ ਨੇ, ਉਹ ਕੰਟਰੈਕਟ ਕਰਨ ਤੋਂ ਬਾਅਦ ਉਹ ਜਿਹੜਾ ਮੁੱਲ ਤੈਅ ਪਹਿਲਾਂ ਹੋ ਜਾਏਗਾ, ਕੁਆਲਿਟੀ ਵੀ ਪਹਿਲਾਂ ਹੀ ਤੈਅ ਹੋਏਗੀ। ਜੀ। ਫਿਰ ਜੇ ਕਿਸਾਨਾਂ ਨੂੰ ਉਹਨਾਂ ਨੇ ਸਲਾਹ ਦੇਣੀ ਆ ਕਿ ਤੁਸੀਂ ਕਿੰਨਾ ਬੀ ਪਾਉਣਾ ਹੈ, ਕਦੋਂ ਖਾਦ ਪਾਉਣੀ ਆ, ਕਦੋਂ ਪਾਣੀ ਦੇਣਾ ਹੈਗਾ, ਹੋਰ ਇੰਤਜ਼ਾਮ ਕਿਹੋ ਜਿਹਾ ਕਰਨਾ, ਉਹਦੇ ਵਾਸਤੇ ਕੰਪਨੀਆਂ ਚਾਰਜ ਕਰਨਗੀਆਂ ਕਿਸਾਨਾਂ ਤੋਂ। ਅੱਛਾ ਜੀ। ਹਾਂ, ਤੇ ਉਸ ਤੋਂ ਬਾਅਦ ਜਦੋਂ ਕਿਸਾਨ ਫਸਲ ਲੈ ਆਉਂਦਾ ਹੈ, ਜੇ ਉਸ ਮਿਆਰ ਦੀ ਫਸਲ ਨਹੀਂ ਹੋਏਗੀ ਤੇ ਕੰਪਨੀ ਰਿਜੈਕਟ ਕਰ ਸਕਦੀ ਹੈ। ਠੀਕ ਹੈ ਜੀ, ਕਿਉਂਕਿ ਸਰਕਾਰੀ ਦਖਲ ਕੋਈ ਹੋਣਾ ਨਹੀਂ ਜੀ। ਕੰਪਨੀਆਂ ਆਰਬਿਟਰਰੀ ਤਰੀਕੇ ਦੇ ਨਾਲ ਰਿਜੈਕਟ ਕਰ ਦੇਣਗੀਆਂ ਜੇ ਉਹਨਾਂ ਨੂੰ ਕੋਈ ਹੋਰ ਸਸਤਾ ਮਾਲ ਮਿਲਦਾ ਹੋਏਗਾ ਤਾਂ। ਤੋ ਇਹ ਜਿਹੜਾ ਸਾਡਾ ਪੰਜਾਬ ਦਾ ਇੱਕ ਬੜਾ ਕੌੜਾ ਤਜਰਬਾ ਹੈ। ਬਿਲਕੁਲ। 1999, 90, 91 ਦੇ ਵਿੱਚ ਪੈਪਸੀ ਨੇ ਟਮਾਟਰਾਂ ਤੇ ਆਲੂਆਂ ਦਾ ਇਹੋ ਜਿਹੇ ਐਗਰੀਮੈਂਟ ਕੀਤੇ ਸੀਗੇ, ਚਿਪਸ ਵਗੈਰਾ ਬਣਾਉਣ ਲਈ। ਹਾਂ, ਜਿਹੜੇ ਸਿਰੇ ਨਹੀਂ ਚੜੇ, ਕਿਸਾਨਾਂ ਨੂੰ ਪੇਮੈਂਟ ਨਹੀਂ ਹੋਈ ਜਾਂ ਕਿਸਾਨਾਂ ਨੇ ਉਹਨਾਂ ਨੂੰ ਮਾਲ ਨਹੀਂ ਦਿੱਤਾ। ਫਿਰ ਪਿਛਲੇ ਕੁਝ ਸਮੇਂ 'ਚ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਬੀਅਰ ਬਣਾਉਂਦੀਆਂ ਨੇ, ਜੌਂ ਪੈਦਾ ਕਰਨ ਦਾ ਕੰਟਰੈਕਟ ਫਾਰਮਿੰਗ ਕੀਤੀ, ਉਹਨਾਂ ਨੇ ਪੈਸੇ ਨਹੀਂ ਦਿੱਤੇ। ਫਿਰ ਗੰਨਾ ਮਿੱਲਾਂ ਨੇ ਤਾਂ ਸਾਰੇ ਮੁਲਕ ਵਿੱਚ ਹੀ ਕਿਸਾਨਾਂ ਨੂੰ 3 ਤੋਂ 5 ਸਾਲ ਦੇ ਅਵਧੀ ਤੱਕ ਪੈਸੇ ਨਹੀਂ ਦਿੱਤੇ। ਸੋ ਇਹ ਜਿਹੜਾ ਸਾਰਾ ਦਾ ਸਾਰਾ ਦਾਰੋਮਦਾਰ ਹੈ, ਜਿਹਨੂੰ ਇਹ ਕਹਿ ਰਹੇ ਨੇ ਕਿ ਅਸੀਂ ਇਹ ਕਰਾਂਗੇ, ਇਹ ਕਿਸਾਨਾਂ ਦੇ ਖਿਲਾਫ ਹੈ। ਜਿਹੜੇ ਵਿਚੋਲੀਆਂ ਦੀ ਗੱਲ ਹੈ, ਉਹਦੇ ਤੇ ਮੈਂ ਇੱਕ ਟਿੱਪਣੀ ਜ਼ਰੂਰ ਕਰਨੀ ਚਾਹੁੰਦਾ ਕਿ ਇਹ ਕਹਿ ਰਹੇ ਨੇ ਕਿ ਅਸੀਂ ਆੜ੍ਹਤੀਏ ਖਤਮ ਕਰਾਂਗੇ। ਹੁਣ ਅੰਬਾਨੀ ਜਾਂ ਅਦਾਨੀ ਖੁਦ ਆਣ ਕੇ ਤਾਂ ਪੰਜਾਬ ਚੋਂ, ਹਰਿਆਣੇ ਚੋਂ ਕੋਈ ਚੀਜ਼ ਨਹੀਂ ਖਰੀਦਣਗੇ ਜੀ। ਉਹਨਾਂ ਦੇ ਏਜੰਟ ਆਉਣਗੇ, ਉਹਨਾਂ ਦੇ ਏਜੰਟਾਂ ਦਾ ਕੋਈ ਪਿੰਡਾਂ ਦੇ ਵਿੱਚ ਵਾਹ ਵਾਸਤਾ ਨਹੀਂ ਹੈ। ਇਸ ਕਰਕੇ ਆੜ੍ਹਤੀਆਂ ਨੂੰ ਤਾਂ ਉਹ ਆਪਣੇ ਨਾਲ ਲੈ ਲੈਣਗੇ, ਨਵੇਂ ਕਿਸਮ ਦੇ ਵਿਚੋਲੀਏ ਪੈਦਾ ਹੋ ਜਾਣਗੇ ਜੀ। ਸੋ ਕੋਈ ਮੰਡੀ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਕਿਸੇ ਮੰਡੀ ਦੇ ਵਿੱਚ ਵਿਚੋਲੀਆਂ ਤੋਂ ਬਿਨਾਂ ਸਮਾਨ ਵਿਕਦਾ? ਵਾਲਮਾਰਟ ਜਾਂ ਜਿਹੜੀਆਂ ਐਮਾਜ਼ੋਨ ਕੰਪਨੀਆਂ ਨੇ, ਇਹ ਵਿਚੋਲੀਆ ਕੰਪਨੀਆਂ ਨੇ। ਬਿਲਕੁਲ। ਤੇ ਛੋਟੀਆਂ ਦੁਕਾਨਾਂ ਵੀ ਵਿਚੋਲੀਆ ਨੇ। ਜਿਹੜੇ ਹੁਣ ਜੀਓ ਦੇ ਫੋਨ ਵੰਡੇ ਨੇ ਲੋਕਾਂ ਨੂੰ, ਉਹ ਵੀ ਦੁਕਾਨਾਂ ਵਾਲਿਆਂ ਨੇ ਵੰਡੇ ਨੇ ਜੀ। ਇੱਕ ਕੂੜ ਪ੍ਰਚਾਰ ਹੈ ਕਿ ਇਹਦੇ ਨਾਲ ਅਸੀਂ ਵਿਚੋਲੀਏ ਖਤਮ ਕਰਾਂਗੇ। ਇੱਕ ਨਵੇਂ ਕਿਸਮ ਦੇ, ਬਹੁਤ ਚਲਾਕ ਕਿਸਮ ਦੇ ਵਿਚੋਲੀਏ ਵਿੱਚ ਆ ਜਾਣਗੇ, ਜਿਹੜੇ ਕਿਸਾਨਾਂ ਨੂੰ ਭਰਮਾ ਕੇ ਉਹਨਾਂ ਨੂੰ ਵੀ ਕਰ ਸਕਦੇ ਨੇ, ਔਰ ਜਿਹੜੇ ਘੱਟ ਕੀਮਤ ਤੇ ਵੀ ਕਿਸਾਨਾਂ ਦੀ ਫਸਲ ਖਰੀਦ ਸਕਦੇ ਨੇ ਜੀ। ਇਹ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਨਾ, ਤੇ ਅੰਦੋਲਨ ਹੁਣ ਲਗਭਗ 3 ਮਹੀਨੇ ਹੋ ਗਏ ਚੱਲਦਿਆਂ ਨੂੰ ਜੀ। ਤੇ ਉਹਦੇ ਸੰਦਰਭ ਦੇ ਵਿੱਚ ਜਿਹੜੀਆਂ ਨੈਗੋਸ਼ੀਏਸ਼ਨਸ ਹੋਈਆਂ ਨੇ, ਸਰਕਾਰ ਨੇ ਮੰਨਿਆ ਕਿ ਸਾਡੇ ਕੋਲ ਗਲਤੀਆਂ ਹੋਈਆਂ ਨੇ। ਸਰਕਾਰੀ ਨੁਕਸ ਸਾਹਮਣੇ ਆ ਰਹੇ ਨੇ ਤਾਂ ਉਹ ਗੱਲ ਮੰਨਣ ਲਈ ਤਿਆਰ ਹੋ ਗਈ ਹੈ ਜੀ। 7-8 ਪੁਆਇੰਟ ਦੇ ਉੱਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਗਲਤੀਆਂ ਹੋਈਆਂ ਨੇ, ਅਸੀਂ ਕੰਸਲਟੇਸ਼ਨ ਨਹੀਂ ਕੀਤੀ ਕਿਸਾਨਾਂ ਦੇ ਨਾਲ, ਅਸੀਂ ਮਤਲਬ ਇਹ 'ਚ ਤਰੁੱਟੀਆਂ ਨੇ ਬਿੱਲਾਂ 'ਚ, ਜਿਨ੍ਹਾਂ ਨੂੰ ਦੂਰ ਕਰਨ ਨੂੰ ਉਹ ਕਹਿ ਰਹੇ ਨੇ ਅਸੀਂ ਕਰ ਦਿੰਦੇ ਹਾਂ। ਸੋ ਇਹ ਸਾਰੇ ਕੰਮ ਦੇ ਵਿੱਚ ਗੜਬੜ ਹੋਈ ਹੈ ਸਾਰੀ ਦੀ ਸਾਰੀ ਜੀ। ਤੇ ਦੂਸਰੀ ਗੱਲ ਇਹ ਆ ਕਿ ਹਿੰਦੁਸਤਾਨ ਇੱਕ ਬਹੁਤ ਵੱਡਾ ਮੁਲਕ ਹੈ। ਮੁਲਕ ਦੇ ਵਿੱਚ ਡਿਫਰੈਂਟ ਐਗਰੋ ਕਲਾਈਮੇਟਿਕ ਜ਼ੋਨਸ ਨੇ ਜੀ। ਤੇ ਇੱਕ ਕਿਸਮ ਦੀ ਜਿਹੜੀ ਨੀਤੀ ਹੈ, ਪਾਲਿਸੀ ਹੈ, ਉਹ ਸਾਰੇ ਮੁਲਕ ਤੇ ਲਾਗੂ ਕਰਨਾ ਵੈਸੇ ਹੀ ਗਲਤ ਹੈ। ਜਿਸ ਤਰ੍ਹਾਂ ਇੱਕ ਭਾਸ਼ਾ, ਇੱਕ ਨੇਸ਼ਨ ਦਾ ਇਹ ਸੰਕਲਪ ਇਹਨਾਂ ਨੇ ਸ਼ੁਰੂ ਕੀਤਾ ਕਿ ਸਾਰੇ ਮੁਲਕ 'ਚ ਇੱਕੋ ਹੀ ਭਾਸ਼ਾ ਬੋਲੀ ਜਾਏ। ਸੋ ਇਹ ਇੱਕ ਜਿਹੜਾ ਜੀ ਭਾਰਤ ਦੀ, ਮੈਂ ਤਾਂ ਸਮਝਦਾ ਕੈਨੇਡਾ ਵਾਂਗ ਜਿਹੜੀ ਵੰਨ-ਸੁਵੰਨਤਾ ਉਹਦੀ ਸਟਰੈਂਥ ਹੈ। ਅਸੀਂ ਇੱਥੇ ਬੜੀ ਵੰਨ-ਸੁਵੰਨਤਾ ਨੂੰ ਮਾਨਤਾ ਦਿੰਦੇ ਹਾਂ। ਹਰੇਕ ਸੱਭਿਆਚਾਰ ਦੇ ਨਾਲ ਵਿਅਕਤੀ ਜੁੜ ਕੇ ਰਹਿੰਦਾ, ਉਹਦੇ ਸੱਭਿਆਚਾਰ ਨੂੰ ਇੱਕ ਤਰ੍ਹਾਂ ਦੇ ਨਾਲ ਆਪਣੀ ਵੱਖਰੀ ਸ਼ਨਾਖਤ ਮਿਲੀ ਹੋਈ ਹੈ ਅਤੇ ਭਾਸ਼ਾਵਾਂ ਵੀ ਵੱਖ-ਵੱਖ ਬੋਲੀਆਂ ਜਾਂਦੀਆਂ ਨੇ। ਸੋ ਉੱਥੇ ਫਿਰ ਇਹ ਇੱਕ ਤਾਂ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਸਾਰਾ ਗਲਬਾ ਪਾ ਲਈਏ,
ਸ਼ਾਇਦ ਉਹਨਾਂ ਨੂੰ ਇੱਕ ਆਪਣੀ ਜਿਹੜੀ ਸੰਸਕ੍ਰਿਤੀ ਹੈ, ਇੱਕ ਖਾਸ ਵਰਗ ਨੂੰ ਉਹ ਸਭ ਤੋਂ ਉੱਤਮ ਲੱਗਦੀ ਹੈ। ਫਿਰ ਇਹ ਅਜਿਹਾ ਵਰਤਾਰਾ ਜੀ ਜਿਹੜਾ ਇਹ ਹੁਣ ਤੇਜ਼ ਹੋਇਆ ਪਿਛਲੇ ਕੁਝ ਸਾਲਾਂ ਤੋਂ, ਇਹਨੂੰ ਠੱਲ ਕਿਵੇਂ ਪਏਗੀ ਜੀ, ਕਿਵੇਂ ਰੋਕਿਆ ਜਾ ਸਕੇਗਾ? ਇਹਦੇ ਠੱਲ ਪਾਉਣ ਦਾ ਹੀ ਤਰੀਕਾ ਹੈ, ਮੈਂ ਖੇਤੀ ਬਾਰੇ ਗੱਲ ਕਰ ਰਿਹਾ ਸੀਗਾ ਜੀ ਕਿ ਸਦਰਨ ਸਟੇਟਾਂ ਜਿਹੜੀਆਂ ਨੇ, ਦੱਖਣੀ ਰਾਜ ਜਿਹੜੇ ਨੇ, ਉਹਨਾਂ 'ਚ ਕਣਕ ਨਹੀਂ ਪੈਦਾ ਕੀਤੀ ਜਾ ਸਕਦੀ ਜੀ, ਤੇ ਪੰਜਾਬ ਦੇ ਵਿੱਚ, ਹਰਿਆਣੇ 'ਚ ਤੇ ਪੱਛਮੀ ਯੂਪੀ 'ਚ ਨਾਰੀਅਲ ਨਹੀਂ ਪੈਦਾ ਕੀਤਾ ਜਾ ਸਕਦਾ ਜੀ। ਰਾਜਸਥਾਨ 'ਚ ਦਾਲਾਂ ਪੈਦਾ ਹੋਣਗੀਆਂ, ਝੋਨਾ ਨਹੀਂ ਲੱਗੇਗਾ। ਮੱਧ ਪ੍ਰਦੇਸ਼ 'ਚ ਦਾਲਾਂ ਅੱਛੀਆਂ ਹੋ ਸਕਦੀਆਂ ਨੇ। ਸੋ ਵੰਨ-ਸੁਵੰਨਤਾ ਜਿਹੜੀ ਹੈ ਉਹਦੇ ਹਿਸਾਬ ਨਾਲ ਸਟੇਟ ਵਾਈਜ਼ ਜਿਹੜੇ ਨੇ ਉਹ ਬਹੁਤ ਸਾਰੀ ਪਾਲਿਸੀ ਬਣਾਉਣ ਦੀ ਲੋੜ ਹੈ ਜੀ। ਤੇ ਇਸ ਕਰਕੇ ਜਿਹੜੀ ਇਹ ਸਾਰੇ ਹਿੰਦੁਸਤਾਨ ਵਾਸਤੇ ਇੱਕੋ ਜਿਹੇ ਕਾਨੂੰਨ ਬਣਾ ਕੇ ਸੈਂਟਰ ਨੇ ਲਾਗੂ ਕਰਨ ਦੀ ਜਿਹੜੀ ਨੀਤੀ ਬਣਾਈ ਆ, ਇੱਕ ਤਾਂ ਇਸ ਵੰਨ-ਸੁਵੰਨਤਾ ਨੂੰ ਇਗਨੋਰ ਕੀਤਾ ਹੈ, ਦੂਜਾ ਜਿਹੜੀਆਂ ਫੌਰੀ ਤੇ ਮੌਜੂਦਾ ਸਮੱਸਿਆਵਾਂ ਨੇ ਡਿਫਰੈਂਟ ਰਾਜਾਂ ਦੀਆਂ, ਉਹਨਾਂ ਨੂੰ ਬਿਲਕੁਲ ਇਗਨੋਰ ਕੀਤਾ ਹੈ। ਜਿਹੜੀ ਨੀਤੀ ਪੰਜਾਬ 'ਚ ਕਾਮਯਾਬ ਹੋਏਗੀ, ਤਾਮਿਲਨਾਡੂ 'ਚ ਨਹੀਂ ਉਹ ਕਾਮਯਾਬ ਹੋ ਸਕਦੀ। ਇਸੇ ਤਰ੍ਹਾਂ ਹੀ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ, ਜਿਵੇਂ ਇੱਥੇ ਪਾਣੀ ਦੀ ਘਾਟ ਹੋ ਗਈ ਆ ਝੋਨਾ ਦੇ ਨਾਲ, ਤੇ ਇੱਥੇ ਫਸਲਾਂ ਦੀ ਵੰਨ-ਸੁਵੰਨਤਾ ਵਾਲੀ ਜਿਹੜੀ ਗੱਲ ਅਸੀਂ ਕਰਦੇ ਹਾਂ ਜੀ, ਬਣਾਉਣ ਵਾਸਤੇ ਪੰਜਾਬ ਪੱਧਰ ਤੇ ਹੀ ਪਲਾਨਿੰਗ ਕਰਨੀ ਪਏਗੀ। ਬਿਲਕੁਲ ਜੀ, ਹਰਿਆਣਾ 'ਚ, ਪੱਛਮੀ ਯੂਪੀ ਦੇ ਵਿੱਚ। ਬਿਲਕੁਲ ਜੀ। ਤੋ ਇਸ ਕਰਕੇ ਇਹਨਾਂ ਨੇ ਇਹਨੂੰ ਜਿਹੜਾ ਇਗਨੋਰ ਕੀਤਾ ਹੈ, ਹੁਣ ਮੰਨ ਰਹੇ ਨੇ ਗੱਲਾਂ ਬਾਤਾਂ ਦੇ ਵਿੱਚ ਕਿ ਸਾਡੇ ਕੋਲ ਗਲਤੀ ਹੋਈ ਹੈ ਜੀ। ਇਹ ਕਾਨੂੰਨ ਜਿਹੜੇ ਨੇ ਸਟੇਟਾਂ ਦੇ ਪੱਧਰ ਤੇ ਹੀ ਪਾਸ ਹੋਣੇ ਚਾਹੀਦੇ, ਜਿਹੋ ਜੀ ਡਿਫਰੈਂਟ ਸਟੇਟਾਂ ਦੀ ਲੋੜ ਹੈ ਜੀ। ਬਿਲਕੁਲ ਡਾਕਟਰ ਸਾਹਿਬ, ਜਦੋਂ ਆਪਾਂ ਖੇਤੀ ਦੀ ਵੰਨ-ਸੁਵੰਨਤਾ ਦੀ ਗੱਲ ਕਰਦੇ ਹਾਂ, ਤੁਸੀਂ ਵੀ ਸਮੇਂ-ਸਮੇਂ ਤੇ ਸਲਾਹਾਂ ਦਿੰਦੇ ਰਹੇ। ਕਿਸਾਨਾਂ ਨੇ ਜਿੱਥੋਂ ਤੱਕ ਵਾਹ ਲੱਗੀ, ਵਿਦਵਾਨਾਂ ਦੇ ਤੇ ਸਲਾਹਕਾਰਾਂ ਦੀਆਂ ਮਸ਼ਵਰਿਆਂ ਤੇ ਸਲਾਹਾਂ ਤੇ ਫੁੱਲ ਚੜਾਏ। ਮੈਂ ਜੇ ਆਪਣੇ ਇਲਾਕੇ ਦੀ ਗੱਲ ਕਰਾਂ, ਮਾਲਵਾ ਪੱਟੀ 'ਚ ਝੋਰੜਾਂ ਵਾਲਾ ਨਰਮਾ ਹੁੰਦਾ ਸੀ, ਫਿਰ ਬਾਅਦ 'ਚ ਨਵੀਆਂ ਜਿਹੜੀਆਂ ਫਸਲਾਂ ਉਹਨਾਂ ਦੇ ਬੀਜ ਆ ਗਏ, ਉਹ ਬੀਜਣ ਲੱਗ ਪਏ। ਅਸੀਂ ਸੂਰਜਮੁਖੀ ਬੀਜਿਆ, ਅਸੀਂ ਗੰਨਾ ਬੀਜਿਆ, ਮਲੋਟ ਮਿਲ ਲੱਗੀ ਮਾਰਕਫੈੱਡ ਦੀ, ਹੁਣ ਉਹ ਖੜ ਗਈ ਕਈ ਸਾਲਾਂ ਤੋਂ। ਹੋਰ ਕਈ ਇੱਕ ਵੇਲੇ ਪੰਜਾਬ ਦੇ ਵਿੱਚ ਦਰਜਨਾਂ ਮਿੱਲਾਂ ਚੱਲਦੀਆਂ ਹੁੰਦੀਆਂ ਸੀ, ਫਿਰ ਸਰਕਾਰ ਉਹਨਾਂ ਨੂੰ ਵੇਚਣ ਤੇ ਲੱਗ ਗਈ, ਪ੍ਰਾਈਵੇਟਾਈਜੇਸ਼ਨ ਦਾ ਦੌਰ ਸ਼ੁਰੂ ਹੋ ਗਿਆ ਤੇ ਫਸਲਾਂ ਦੀ ਜਿਹੜੀ ਮੰਡੀ 'ਚ ਕੀਮਤ ਮਿਲਦੀ, ਹੁਣ ਆਪਾਂ ਨੂੰ ਪਤਾ ਕਿ 23 ਫਸਲਾਂ ਦੀ MSP ਜਿਹੜੀ ਤੈਅ ਹੁੰਦੀ ਹੈ, ਲਾਗਤ ਕਮਿਸ਼ਨ ਸਿਫਾਰਸ਼ਾਂ ਭੇਜਦਾ ਤੇ ਕੈਬਨਿਟ ਉਹਨਾਂ ਨੂੰ ਮਨਜ਼ੂਰੀ ਦਿੰਦੀ ਹੈ, ਤੇ ਉਹਨਾਂ 'ਚੋਂ ਗਰੰਟੀ ਸਿਰਫ ਇਹ ਝੋਨੇ ਤੇ ਕਣਕ ਦੀ ਦਿੱਤੀ ਜਾਂਦੀ ਹੈ। ਇਸੇ ਕਰਕੇ ਦੂਜੇ ਸੂਬਿਆਂ 'ਚੋਂ ਵੀ ਇਸ ਸਾਲ ਵੀ ਬਿਹਾਰ, UP ਵਰਗਿਆਂ 'ਚੋਂ ਜਿਹੜੇ ਟਰਾਲੇ ਭਰ ਕੇ ਪੰਜਾਬ ਦੀਆਂ ਮੰਡੀਆਂ 'ਚ ਵਿਕਣ ਲਈ ਆਏ, ਤੇ ਉਹ ਕਿਸਾਨਾਂ ਨੇ ਫੜੇ, ਆਪਣੀ ਜਿਹੜੀ ਚਲਾਕੀ ਉਹਨਾਂ ਦੀ ਇਹ ਸਾਹਮਣੇ ਆ ਗਈ। ਸੋ ਜੇ MSP ਸਾਰੇ ਭਾਰਤ ਦੇ ਵਿੱਚ ਵੱਖ-ਵੱਖ ਫਸਲਾਂ ਦੇ ਉੱਪਰ ਉਹਦਾ ਭਾਅ ਯਕੀਨੀ ਬਣਾਇਆ ਜਾਵੇ, ਤਾਂ ਇਸ ਵਰਤਾਰੇ ਨੂੰ ਠੱਲ ਪੈ ਸਕਦੀ ਹੈ ਜਾਂ ਵੰਨ-ਸੁਵੰਨਤਾ ਨੂੰ ਹੁਲਾਰਾ ਮਿਲ ਸਕਦਾ ਜੀ? ਦੇਖੋ ਜੀ, ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਬੜਾ ਐਂਟਰਪ੍ਰਾਈਜ਼ਿੰਗ ਹੈ, ਉਹ ਬੜਾ ਡਾਇਨਾਮਿਕ ਹੈ, ਗਤੀਸ਼ੀਲਤਾ ਉਹਦੇ 'ਚ ਬਹੁਤ ਹੈ। ਜੇ ਉਹਨਾਂ ਨੂੰ ਕਣਕ ਤੇ ਝੋਨੇ ਵਾਲੀਆਂ ਜਿਹੜੀਆਂ ਸਹੂਲਤਾਂ ਨੇ, ਸਹੂਲਤਾਂ ਕੀ ਨੇ ਕਿ ਉਹਨਾਂ ਦੀ ਮਿਨੀਮਮ ਸਪੋਰਟ ਪ੍ਰਾਈਸ ਅਨਾਉਂਸ ਹੋਵੇ, ਫਿਰ ਉਹਨਾਂ ਦੇ ਮੰਡੀਕਰਨ ਦਾ ਇੰਤਜ਼ਾਮ ਹੋਵੇ ਔਰ ਉਹਦੇ ਖਰੀਦ ਕੀਤੀ ਜਾਏ ਉਹਨਾਂ ਚੀਜ਼ਾਂ ਦੀ, ਤੇ ਪੰਜਾਬ ਦੇ ਕਿਸਾਨ ਤਾਂ 2-4 ਸਾਲਾਂ ਦੇ ਵਿੱਚ ਹੀ ਡਿਵਰਸੀਫਿਕੇਸ਼ਨ ਲਿਆ ਸਕਦੇ ਨੇ। ਸੋ ਇਹ ਉਹ ਚੀਜ਼ਾਂ ਦੇਣ ਨੂੰ ਤਿਆਰ ਨਹੀਂ ਹੈਗੇ। ਇਨਫੈਕਟ ਇਹ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਦਾ ਮਸਲਾ ਹੈ, ਇਹ ਤੋਂ ਭੱਜਣ ਨੂੰ ਬੈਠੇ ਨੇ। ਮੈਂ ਤੁਹਾਡੇ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜਦੋਂ ਮੋਦੀ ਦੀ ਪਹਿਲੀ ਸਰਕਾਰ ਬਣੀ ਹੈ 2014 'ਚ, ਤੇ ਉਹਨਾਂ ਨੇ ਇੱਕ ਕਮੇਟੀ ਕਾਇਮ ਕੀਤੀ ਜਿਹਨੂੰ ਸ਼ਾਂਤਾ ਕੁਮਾਰ ਕਮੇਟੀ ਕਹਿੰਦੇ ਆ ਜੀ। ਉਸ ਕਮੇਟੀ ਨੇ 2015 'ਚ ਰਿਪੋਰਟ ਦਿੱਤੀ, ਤੇ ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜਿਹੜੀ FCI ਹੈ ਇਹਨੂੰ ਬੰਦ ਕਰਤਾ ਜਾਏ, ਤੇ ਕਿਉਂਕਿ ਘਾਟੇ ਜਾ ਰਹੀ ਹੈ, ਔਰ ਪੰਜਾਬ, ਹਰਿਆਣਾ ਤੇ ਪੱਛਮੀ UP 'ਚੋਂ ਖਰੀਦ ਬੰਦ ਕਰਕੇ ਸਿਰਫ ਇਹਦਾ ਕੰਮ ਪੂਰਬੀ ਰਾਜਾਂ ਦੇ ਵਿੱਚ ਪ੍ਰਾਈਵੇਟ ਮੰਡੀਆਂ ਨੂੰ ਵਿਕਸਿਤ ਕਰਨ ਵਾਸਤੇ ਹੋਣਾ ਚਾਹੀਦਾ ਹੈ ਜੀ। ਤੇ ਇਹ ਜਦੋਂ ਆਰਡੀਨੈਂਸ ਆਏ ਨੇ, ਉਹਦੇ ਨਾਲ ਹੀ ਗਦਕਰੀ ਸਾਹਿਬ ਦਾ ਇੱਕ ਬਿਆਨ ਆਇਆ ਸੀਗਾ ਕਿ ਸਾਡੇ ਕੋਲ ਅਨਾਜ ਦੇ ਇੰਨੇ ਭੰਡਾਰ ਹੋ ਗਿਆ, ਸਾਨੂੰ ਸੰਭਾਲਣ ਦੀ ਸਮੱਸਿਆ ਹੋਈ ਹੈ ਜੀ, ਤੇ ਸਾਡੀ ਇਕਨੋਮੀ ਦਾ ਜਿਹੜਾ ਤਵਾਜ਼ਨ ਖਤਮ ਹੋ ਰਿਹਾ ਹੈ, ਸਾਨੂੰ ਪਤਾ ਨਹੀਂ ਲੱਗਦਾ ਇਸ ਅਨਾਜ ਦਾ ਕਰੀਏ ਕੀ, ਤੇ ਸਾਨੂੰ ਕਣਕ ਝੋਨੇ ਦੀ ਖਰੀਦ ਜਿਹੜੀ ਆ ਘਟਾਉਣੀ ਚਾਹੀਦੀ ਹੈ ਜੀ। ਸੋ ਇਹ ਤੋਂ ਭੱਜਣ ਨੂੰ ਫਿਰਦੇ ਨੇ ਜੀ। ਤੇ ਉਹਦੇ ਵਿੱਚ ਜਿਹੜੀ ਸ਼ਾਂਤਾ ਕੁਮਾਰ ਕਮੇਟੀ ਦੇ ਵਿੱਚ ਕਿਹਾ ਗਿਆ ਸੀਗਾ ਕਿ ਜਿਹੜਾ ਪ੍ਰੋਕਿਉਰਮੈਂਟ ਦਾ ਕੰਮ ਹੈ ਫਸਲਾਂ ਦਾ, ਪ੍ਰਾਈਵੇਟ ਸੈਕਟਰ ਨੂੰ ਦੇ ਦੇਣਾ ਚਾਹੀਦਾ, ਵਪਾਰੀਆਂ ਨੂੰ ਦੇ ਦੇਣਾ ਚਾਹੀਦਾ। ਬਿਲਕੁਲ ਐਗਜ਼ੈਕਟਲੀ ਇਹਨਾਂ ਬਿੱਲਾਂ ਦੇ ਵਿੱਚ ਇਹਨਾਂ ਨੇ ਕੀਤਾ ਹੈਗਾ ਜੀ। ਡਾਕਟਰ ਸਾਹਿਬ, ਜੇ ਤਾਂ ਇਹ ਮਿਨੀਮਮ ਸਪੋਰਟ ਪ੍ਰਾਈਸ 23 ਦੀਆਂ 23 ਵਸਤਾਂ ਦੀ ਦੇਣ, ਤੇ ਸਾਰੇ ਹਿੰਦੁਸਤਾਨ 'ਚ ਦੇਣ ਜੀ,
ਤੇ ਖੇਤੀ ਦੇ ਸੰਕਟ ਨੂੰ ਹੱਲ ਕਰਨ ਦੇ ਵਿੱਚ ਕਾਫੀ ਮਦਦ ਮਿਲ ਸਕਦੀ ਹੈ। ਜੀ ਜਿਹੜਾ ਬਿਲਕੁਲ। ਜਿਸ ਵਾਤਾਵਰਨ ਤਰ੍ਹਾਂ ਖਰਾਬ ਹੋਇਆ, ਪਾਣੀ ਘਟਿਆ ਹਾਂਜੀ, ਹੈਗਾ, ਉਹ ਬਹੁਤ ਸਾਰੇ ਬੜਾ ਵੱਡਾ ਸੂਬਿਆਂ ਨੂੰ, ਨੁਕਸਾਨ ਹੈ ਜੀ। ਉਹ ਡਾਕਟਰ ਸਾਹਿਬ ਪੂਰਾ ਕੀਤਾ ਜਾ ਸਕਦਾ, ਜੀ, ਜਿਸ 2-4 ਤਰ੍ਹਾਂ ਸਾਲ ਵਿੱਚ ਪੂਰਾ ਹੋ ਸਕਦਾ। ਆਪਾਂ ਤੁਸੀਂ ਦੱਸ ਰਹੇ ਹੋ ਜੀ ਕਿ ਪ੍ਰੋਕਿਉਰਮੈਂਟ ਵੀ ਹੁਣ ਸਰਕਾਰ ਹੱਥ ਪਿੱਛੇ ਖਿੱਚਣਾ ਚਾਹੁੰਦੀ ਹੈ। ਤੁਸੀਂ FCI ਦਾ ਜ਼ਿਕਰ ਕੀਤਾ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਜਾਂ ਕੁਝ ਪੰਜਾਬ ਦੀਆਂ ਜਿਹੜੀਆਂ ਆਪਣੀਆਂ ਪਾਨਗ੍ਰੇਨ ਵਰਗੀਆਂ ਜਿਹੜੀਆਂ ਸਥਾਨਕ ਜਿਹੜੀਆਂ ਏਜੰਸੀਆਂ ਨੇ ਸੂਬਿਆਂ ਦੀਆਂ, ਉਹ ਅਨਾਜ ਖਰੀਦੀਆਂ ਨੇ। ਉਹ ਜਿਹੜਾ ਇੱਕ ਮੁੱਲ ਵੱਝਿਆ ਹੋਇਆ ਉਹਦੇ 'ਤੇ ਕਣਕ ਤੇ ਝੋਨਾ ਚੱਕਿਆ ਜਾਂਦਾ ਜੀ, ਅਤੇ ਫਿਰ ਉਹ ਕੇਂਦਰੀ ਪੂਲ ਦੇ ਵਿੱਚ ਹਿੱਸਾ ਪੈਂਦਾ ਵੱਖ-ਵੱਖ ਸੂਬਿਆਂ ਦਾ, ਕਿਸੇ ਦਾ ਵੱਧ ਕਿਸੇ ਦਾ ਘੱਟ, ਅਤੇ ਸਰਕਾਰ ਉਸ ਅਨਾਜ ਨੂੰ ਜਨਤਕ ਵੰਡ ਪ੍ਰਣਾਲੀ ਦੇ ਰਾਹੀਂ ਲੋੜਵੰਦਾਂ ਤੱਕ ਸਸਤੇ ਭਾਅ 'ਤੇ ਮੁਹੱਈਆ ਕਰਾਉਂਦੀ ਹੈ ਤਾਂ ਜੋ ਕੋਈ ਭੁੱਖਾ ਨਾ ਰਹੇ। ਇਵੇਂ ਸਾਡੇ ਸਰਕਾਰੀ ਸਕੂਲਾਂ 'ਚ ਮਿਡ ਡੇ ਮੀਲ ਸਕੀਮ ਚੱਲਦੀ ਹੈ, ਉਹ ਵੀ ਸਰਕਾਰ ਕਰਕੇ ਚੱਲਦੀ ਹੈ। ਜਦੋਂ ਇਹ ਏਜੰਸੀਆਂ ਨਾ ਰਹੀਆਂ, ਪ੍ਰਾਈਵੇਟ ਪਲੇਅਰ ਆ ਗਏ ਮਾਰਕੀਟ ਦੇ ਵਿੱਚ, ਅਤੇ ਮੈਨੂੰ ਲੱਗਦਾ ਇਹ ਸਕੀਮਾਂ ਵੀ ਦਮ ਤੋੜ ਜਾਣਗੀਆਂ ਜੀ। ਉਹਨਾਂ ਨੇ ਤਾਂ ਕਿਸੇ ਨੂੰ ਰਿਆਇਤਾਂ ਨਹੀਂ ਦੇਣੀਆਂ। ਬਿਲਕੁਲ ਇਸੇ ਤਰ੍ਹਾਂ ਹੀ ਹੋਣਾ ਹੈ। ਜਿਵੇਂ ਹੁਣ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਪ੍ਰਾਈਵੇਟ ਕਾਲਜ ਨੇ ਤੇ ਸਕੂਲ ਨੇ, ਉਹਨਾਂ 'ਚ ਇਹਨਾਂ ਨੇ ਇੱਕ ਸਕੀਮ UPA ਦੀ ਟਾਈਮ ਦੀ ਚੱਲ ਰਹੀ ਸੀਗੀ, ਸ਼ਡਿਊਲਡ ਕਾਸਟ ਵਿਦਿਆਰਥੀਆਂ ਦੇ ਵਜ਼ੀਫੇ। ਤੇ ਉਹ ਜਿਹੜਾ ਸੀਗਾ ਕਿ ਕਿਉਂਕਿ ਲੋਕੀ ਹੇਰਾਫੇਰੀ ਕਰਦੇ ਨੇ, ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਜਿਹੜੇ ਬੱਚਿਆਂ ਨੂੰ ਦਾਖਲ ਕਰੋ, ਉਸ ਤੋਂ ਬਾਅਦ ਜਦੋਂ ਬੱਚੇ ਦਾਖਲ ਹੋਣਗੇ ਤੇ ਇਹ ਜਿਹੜੇ ਸਕੂਲ ਕਾਲਜ ਨੇ ਉਹ ਰੀਇੰਬਰਸ ਉਹਨਾਂ ਦੇ ਪੈਸੇ ਸੈਂਟਰ ਗਵਰਨਮੈਂਟ ਕਰੇਗੀ ਵਾਇਆ ਸਟੇਟ ਗਵਰਨਮੈਂਟ। ਉਹ ਇਹਨਾਂ ਨੇ ਸਕਾਲਰਸ਼ਿਪ ਬੰਦ ਕਰਤੇ, ਔਰ ਜਿਹੜੇ 2-3 ਸਾਲ ਦੇ ਬੱਚੇ ਦਾਖਲ ਹੋਏ ਨੇ ਉਹ ਪ੍ਰਾਈਵੇਟ ਸਕੂਲਾਂ ਤੇ ਯੂਨੀਵਰਸਿਟੀਆਂ ਨੂੰ ਪੈਸੇ ਨਹੀਂ ਦਿੱਤੇ। ਸੋ ਇਹ ਜਿਹੜਾ ਜਨਤਕ ਵੰਡ ਪ੍ਰਣਾਲੀ ਹੈ, ਉਹਨੂੰ ਭੋਗ ਪਾਉਣ ਦਾ ਵੀ ਇੱਕ ਤਰੀਕਾ ਹੈ ਜੀ, ਜਿਹੜਾ ਕਿ 2011-12 ਦੇ ਵਿੱਚ ਜਿਹੜਾ ਐਕਸਟੈਂਡਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਕਰਨਾ ਸੀ, ਜਿਹੜਾ 70% ਰੂਰਲ ਪਾਪੂਲੇਸ਼ਨ ਨੂੰ ਤੇ 50% ਅਰਬਨ ਪਾਪੂਲੇਸ਼ਨ ਨੂੰ ਕਵਰ ਕਰਨ ਵਾਸਤੇ UPA ਨੇ ਕਾਨੂੰਨ ਪਾਸ ਕਰਨਾ ਸੀਗਾ, ਉਹਨੂੰ ਇਹਨਾਂ ਲਾਗੂ ਨਹੀਂ ਕੀਤਾ ਜੀ। ਜੇ ਲਾਗੂ ਕਰਨ ਤਾਂ ਇਹ ਜਿਹੜਾ ਅਨਾਜ ਕਹਿੰਦੇ ਨੇ ਸਾਡਾ ਵੇਸਟ ਹੋ ਰਿਹਾ, ਵਿਕ ਨਹੀਂ ਰਿਹਾ, ਵੰਡਿਆ ਜਾ ਸਕਦਾ ਜੀ। ਬਿਲਕੁਲ। ਇਹ ਕਹਿੰਦੇ ਨੇ ਕਿ ਅਸੀਂ ਖੇਤੀ ਨੂੰ ਸਬਸਿਡੀ ਨਹੀਂ ਦੇਣੀ, ਗਰੀਬਾਂ ਨੂੰ ਸਬਸਿਡੀ ਨਹੀਂ ਦੇਣੀ, ਲੇਕਿਨ ਵੱਡੇ ਘਰਾਣਿਆਂ ਨੂੰ ਜਿਹੜੀ ਸਬਸਿਡੀ ਲਗਾਤਾਰ ਦੇਈ ਜਾ ਰਹੇ ਨੇ। ਬਿਲਕੁਲ ਜੀ। ਔਰ ਸਾਡੇ ਮੁਲਕ ਦੇ ਵਿੱਚ ਪਿਛਲੇ ਸਾਲ ਇਹਨਾਂ ਨੇ ਜਿਹੜਾ ਕਾਰਪੋਰੇਟ ਇਨਕਮ ਟੈਕਸ ਦਾ ਰੇਟ ਹੈ ਉਹ 38% ਤੋਂ ਘਟਾ ਕੇ 25% ਕਰਤਾ ਜੀ। ਜਿਹੜਾ ਇੰਡੀਵਿਜੂਅਲ ਇਨਕਮ ਟੈਕਸ ਦਾ ਰੇਟ ਹੈ ਉਹ ਮੈਕਸਿਮਮ 33% ਹੈ, ਲੇਕਿਨ ਜਿਹੜੇ ਕਾਰਪੋਰੇਟ ਸੈਕਟਰ ਦਾ ਇਨਕਮ ਟੈਕਸ ਰੇਟ ਹੈ 25% ਕਰਤਾ ਹੈ। ਉਹਨਾਂ ਨੂੰ ਤਾਂ ਸਬਸਿਡੀ ਦੇਈ ਜਾ ਰਹੇ ਨੇ, ਲੇਕਿਨ ਗਰੀਬਾਂ ਨੂੰ ਤੇ ਐਗਰੀਕਲਚਰ ਦੀ ਸਬਸਿਡੀ ਦੇਣ ਨੂੰ ਕੰਨੀ ਕਤਰਾਉਂਦੇ ਨੇ ਜੀ। ਸੋ ਇਸ ਕਰਕੇ ਇਸ ਪਾਸੇ ਨੂੰ ਜਾ ਰਹੇ ਨੇ ਜੀ। ਇੱਕ ਪਾਸੇ ਸਰਕਾਰ ਚਲਾਕੀਆਂ ਕਰ ਰਹੀ ਹੈ ਜੀ, ਖੇਤੀਬਾੜੀ ਸੂਬਿਆਂ ਦਾ ਵਿਸ਼ਾ ਹੈ, ਸੂਬਾਈ ਸਰਕਾਰਾਂ ਨੇ, ਕਿਉਂਕਿ ਫਸਲਾਂ ਦੀ ਵਿਭਿੰਨਤਾ ਹੈ, ਕਿਤੇ ਕੋਈ ਦਾਲਾਂ ਹੁੰਦੀਆਂ ਨੇ, ਕਿਤੇ ਕੋਈ ਹੋਰ ਫਸਲ ਹੁੰਦੀ, ਕਿਤੇ ਮੱਕੀ ਹੁੰਦੀ ਹੈ, ਕਣਕ ਹੁੰਦੀ ਹੈ, ਝੋਨਾ ਹੁੰਦਾ ਹੈ। ਉਹਦੇ ਮੁਤਾਬਕ ਸੂਬਿਆਂ ਨੇ ਆਪਣੇ ਕਿਸਾਨਾਂ ਦੀਆਂ ਲੋੜਾਂ ਮੁਤਾਬਕ ਖੁਦ ਕਾਨੂੰਨ ਬਣਾਉਣੇ ਹੁੰਦੇ, ਸਕੀਮਾਂ ਘੜਨੀਆਂ ਹੁੰਦੀਆਂ ਨੇ। ਸਰਕਾਰ ਨੇ ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਹੀ ਦੱਸਿਆ ਕਿ ਸੰਘੀ ਢਾਂਚੇ ਦੀ ਸੰਘੀ ਘੁੱਟ ਕੇ ਤੇ ਆਪ ਆਪਣੀ ਮਰਜ਼ੀ ਨਾਲ ਐਗਰੀਕਲਚਰ ਨੂੰ ਟਰੇਡ ਵਾਲੀ ਲਿਸਟ 'ਚ ਪਾ ਕੇ ਕਿ ਇਹ ਤਾਂ ਵਪਾਰ ਹੈ ਅਤੇ ਵਪਾਰ 'ਤੇ ਅਸੀਂ ਕਾਨੂੰਨ ਬਣਾ ਰਹੇ ਹਾਂ, ਜਦ ਕਿ ਕਿਸਾਨ ਵਪਾਰ ਨਹੀਂ ਕਰਦਾ, ਉਹ ਮਿੱਟੀ 'ਚ ਬੀਜ ਬੀਜਦਾ, ਅੰਨਦਾਤਾ ਕਹਾਉਂਦਾ ਅਤੇ ਉਹ ਫਸਲਾਂ ਦਾ ਮੁੱਲ ਜਿਹੜਾ ਨਿਰਧਾਰਤ ਮੁੱਲ ਦਾ ਲੈ ਕੇ ਘਰੇ ਆ ਜਾਂਦਾ। ਕਈ ਵਾਰੀ ਤਾਂ ਉੱਥੇ ਹਿਸਾਬ ਬਰਾਬਰ ਹੋ ਜਾਂਦਾ ਆੜ੍ਹਤੀ ਕੋਲ ਹੀ। ਅਤੇ ਹੁਣ ਜਿਹੜਾ ਇਹ ਇਸ ਤਰ੍ਹਾਂ ਦਾ ਜਿਹੜਾ ਇਹ ਪ੍ਰਚਲਨ ਹੋ ਰਿਹਾ ਜੀ, ਅਤੇ ਇਹਦੇ ਤੋਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਨੇ। ਇਸੇ ਕਰਕੇ ਜਿਹੜਾ ਇਹ ਅੰਦੋਲਨ ਮਘਿਆ ਹੋਇਆ, ਕਿਸਾਨਾਂ ਨੂੰ ਸਮਝ ਆ ਚੁੱਕੀ ਹੈ। ਅਤੇ ਹੁਣ ਜਿਸ ਤਰ੍ਹਾਂ ਸਰਕਾਰ ਕਹਿ ਰਹੀ ਹੈ, ਜਿਹੜੀਆਂ ਤਜਵੀਜ਼ਾਂ ਪਿਛਲੇ ਦਿਨੀਂ ਭੇਜੀਆਂ ਗਈਆਂ, ਲਿਖਤੀ ਰੂਪ 'ਚ ਵੀ ਭੇਜੀਆਂ ਗਈਆਂ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ, ਉਹਨਾਂ ਤਜਵੀਜ਼ਾਂ ਨੂੰ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤਾ। ਤੁਸੀਂ ਕੀ ਸਮਝਦੇ ਹੋ ਕਿ ਇਸ ਜਿਹੜੇ ਤਿੰਨੋਂ ਕਾਨੂੰਨ ਨੇ, ਇਹਨਾਂ 'ਚ ਕੋਈ ਮਾੜੀਆਂ ਮੋਟੀਆਂ ਤਬਦੀਲੀਆਂ ਕੀਤੇ ਬਗੈਰ ਕੰਮ ਨਹੀਂ ਚੱਲਦਾ, ਜਾਂ ਇਹ ਸਾਰੇ ਦੇ ਸਾਰੇ ਹੀ ਮੁੱਢੋਂ ਸੁੱਢੋਂ ਰੱਦ ਕਰਨੇ ਹੀ ਪੈਣਗੇ? ਦੇਖੋ, ਜੇ ਤਾਂ ਤੁਸੀਂ ਹਿੰਦੁਸਤਾਨ ਦੀ ਐਗਰੀਕਲਚਰ ਨੂੰ ਬਚਾਉਣਾ ਹੈ ਵੱਖ-ਵੱਖ ਸੂਬਿਆਂ 'ਚ, ਤਾਂ ਫਿਰ ਇਹ ਤਿੰਨੇ ਕਾਨੂੰਨ ਜਿਹੜੇ ਸੈਂਟਰ ਵਾਲੇ ਨੇ, ਤੇ ਇਹਦੇ ਨਾਲ 2 ਹੋਰ ਕਾਨੂੰਨ, ਇੱਕ ਬਿਜਲੀ ਸੋਧ ਬਿੱਲ ਜਿਹੜਾ ਪਾਰਲੀਮੈਂਟ 'ਚ ਪਾਸ ਹੋਣ ਵਾਸਤੇ ਪਿਆ, ਤੇ ਇੱਕ ਆਰਡੀਨੈਂਸ ਇਹਨਾਂ ਇਸ਼ੂ ਕੀਤਾ, ਪਰਾਲੀ ਆਰਡੀਨੈਂਸ ਜਿਹਨੂੰ ਕਹਿੰਦੇ ਆ, ਕਿ ਜੇ ਖੇਤ ਕਿਸਾਨ ਦੇ ਵਿੱਚ ਉਹਨੇ ਆਪ ਜਾਂ ਕਿਸੇ ਹੋਰ ਨੇ ਉਹਦੇ ਤੇ ਅੱਗ ਲਾਤੀ ਉਹਦੇ 'ਤੇ, ਤੇ ਉਹਨੂੰ 1 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਦੀ ਕੈਦ ਹੋਏਗੀ। ਇਹ 3 ਉਹ ਕਾਨੂੰਨ ਤੇ ਇਹ 2 ਜਿਹੜੇ ਨੇ, ਇੱਕ ਬਿੱਲ ਤੇ ਇੱਕ ਆਰਡੀਨੈਂਸ, ਇਹ ਵਾਪਸ ਹੋਣੇ ਚਾਹੀਦੇ ਤੁਰੰਤ। ਬਿਲਕੁਲ। ਇਹ ਸਰਾਸਰ ਕਿਸਾਨੀ ਦੇ ਨਾਲ ਜ਼ਿਆਦਤੀ ਹੈ ਔਰ ਲੋਕਾਂ ਨੂੰ ਡਰਾਉਣ ਦਾ ਇੱਕ ਤਰੀਕਾ ਹੈਗਾ ਜੀ, ਤੇ ਇਹ ਵਾਪਸ ਹੋਣੇ ਚਾਹੀਦੇ ਨੇ ਜੀ।
ਇਹ ਵਾਪਸ ਕਰਕੇ ਹੂੰ ਇੱਕ ਸੌਖਾ ਤਰੀਕਾ ਇਹ ਆ ਕਿ ਸਰਕਾਰ ਜਿਹੜਾ ਹੈ ਹੂੰ ਸਟੇਟਾਂ ਨੂੰ, ਜਿਵੇਂ 17-18 ਦੇ ਵਿੱਚ ਉਹਨਾਂ ਨੇ ਕਿਹਾ ਸੀਗਾ, ਮਾਡਲ ਐਕਟ ਬਣਾ ਕੇ ਉਹਨਾਂ ਸਰਕੂਲੇਟ ਕੀਤੇ ਸੀਗੇ, ਹੂੰ ਸਟੇਟਾਂ ਨੂੰ ਕਹਿਣ ਕਿ ਤੁਸੀਂ ਜੋ ਤੁਹਾਨੂੰ ਸੂਟ ਕਰਦਾ ਉੱਦਾਂ ਦੇ ਕਾਨੂੰਨ ਆਪ ਬਣਾਓ ਤੇ ਆਪਣੇ ਲੋੜਾਂ ਦੇ ਮੁਤਾਬਕ ਉਹਨਾਂ ਨੂੰ ਲਾਗੂ ਕਰੋ। ਜੀ ਪਰ ਇੰਨੇ ਨਾਲ ਨਹੀਂ ਸਰਨਾ। ਹੂੰ ਜਿੱਥੇ ਇਹ ਕਣਕ ਤੇ ਝੋਨੇ ਦੀ ਫਸਲ ਨੂੰ ਕੁਝ ਰਿਟਾਇਰ ਕਰਨਾ ਚਾਹੁੰਦੇ ਨੇ, ਖਾਸ ਕਰਕੇ ਝੋਨੇ ਦੀ ਫਸਲ ਨੂੰ, ਜੀ ਪੱਛਮੀ ਯੂਪੀ, ਹਰਿਆਣਾ ਤੇ ਪੰਜਾਬ, ਹੂੰ ਇਹਦੇ 'ਚ ਸੂਬਾ ਸਰਕਾਰਾਂ ਦਾ ਹੈਂਡ ਹੋਲਡਿੰਗ, ਉਹਨਾਂ ਦੀ ਮਦਦ ਕਰਨੀ ਪਏਗੀ। ਹੂੰ ਇੱਦਾਂ ਹੀ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਪੰਜਾਬ ਗਵਰਨਮੈਂਟ ਨੇ 2002 ਦੇ ਵਿੱਚ ਡਿਵਰਸੀਫਿਕੇਸ਼ਨ ਦਾ ਇੱਕ ਪ੍ਰੋਗਰਾਮ ਉਲੀਕਿਆ ਸੀਗਾ। ਜੀ ਉਦੋਂ ਵਾਜਪਾਈ ਸਾਹਿਬ ਦੀ ਸਰਕਾਰ ਸੀਗੀ ਹੂੰ ਤੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਸੀ, ਤਾਜੀ ਬਣੀ ਸੀ। ਜੀ ਤੇ ਇਦੋਂ ਇੱਕ ਡਿਜ਼ਾਈਨ ਬਣਾਇਆ ਸੀਗਾ ਪੰਜਾਬ ਸਰਕਾਰ ਨੇ। ਹੂੰ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਬੰਦਾ ਝੋਨਾ ਨਹੀਂ ਬੀਜਦਾ ਆਪਣੇ ਖੇਤ 'ਚ, ਜੀ ਉਹ 5000 ਰੁਪਇਆ ਜੇ ਸਬਸਿਡੀ ਦਿੱਤੀ ਜਾਏ, ਜੇ ਨਹੀਂ ਬੀਜਦਾ ਹੋਰ ਫਸਲ ਬੀਜੇਗਾ ਤੈਨੂੰ 5000 ਰੁਪਇਆ ਸਬਸਿਡੀ ਦੇ ਦਾਂਗੇ। ਹੂੰ ਤੇ ਉਹ ਉਹਨਾਂ ਨੇ ਵਰਕਆਊਟ ਸਕੀਮ ਕੀਤੀ ਸੀ ਕਿ 1250 ਕਰੋੜ ਰੁਪਇਆ ਜੇ ਸੈਂਟਰ ਗਵਰਨਮੈਂਟ ਸਾਲਾਨਾ ਪੰਜਾਬ ਗਵਰਨਮੈਂਟ ਨੂੰ ਕੁਝ ਸਾਲ ਦੇ ਦੇਵੇ ਤੇ ਅਸੀਂ ਡਿਵਰਸੀਫਿਕੇਸ਼ਨ ਦਾ ਟੀਚਾ ਪ੍ਰਾਪਤ ਕਰ ਸਕਦੇ ਹਾਂ। ਜੀ ਤੇ ਸੈਂਟਰ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਉਹ ਸਕੀਮ ਜਿਹੜੀ ਆ, ਚਲਾਈ ਹੋਈ ਸਕੀਮ ਜਿਹੜੀ ਆ, ਬਿਲਕੁਲ ਫੇਲ ਹੋ ਗਈ। ਜੀ ਤੋ ਇਹ ਕਾਨੂੰਨ ਵਾਪਸ ਲੈ ਕੇ ਸਟੇਟਾਂ ਨੂੰ ਕਹਿਣਾ ਚਾਹੀਦਾ ਤੁਸੀਂ ਕਾਨੂੰਨ ਬਣਾਓ ਤੇ ਨਾਲ ਉਹਨਾਂ ਦੀ ਹੈਂਡ ਹੋਲਡਿੰਗ ਵਾਸਤੇ ਜੀ ਉਹਨਾਂ ਦੀ ਵਿੱਤੀ ਮਦਦ ਕਰਨੀ ਚਾਹੀਦੀ ਹੈ। ਕਿ ਇਸ ਵੇਲੇ GST ਲਾਗੂ ਹੋਣ ਤੋਂ ਬਾਅਦ ਜਿਹੜੇ ਸੂਬੇ ਨੇ ਵਿੱਤੀ ਤੌਰ ਤੇ ਬਹੁਤ ਕਮਜ਼ੋਰ ਹੋ ਚੁੱਕੇ ਨੇ। ਜੀ ਈਵਨ ਇਹ ਕੋਵਿਡ ਦੇ ਸਮੇਂ ਉਹਨਾਂ ਦੇ ਜਿਹੜੇ ਖਰਚੇ ਨੇ ਪੂਰੇ ਕਰਨ ਨੂੰ ਪੈਸੇ ਨਹੀਂ ਹੈਗੇ, ਕਈ ਜਗ੍ਹਾ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ। ਜੀ ਦੋ ਕੰਮ ਕਰਨੇ ਪੈਣਗੇ। ਬਿਲਕੁਲ ਜੀ। ਇੱਕ ਤਾਂ ਇਹ ਕਾਨੂੰਨ ਵਾਪਸ ਹੋਣ ਤੇ ਸੂਬਿਆਂ ਨੂੰ ਕਹਿਣ ਕਿ ਤੁਸੀਂ ਆਪਣੀ ਲੋੜ ਮੁਤਾਬਕ ਕਾਨੂੰਨ ਬਣਾਓ। ਦੂਜਾ, ਜਿਨ੍ਹਾਂ ਸੂਬਿਆਂ ਚਾਹੁੰਦੇ ਨੇ ਕਿ ਪ੍ਰੋਡਕਸ਼ਨ ਘਟਾਈ ਜਾਏ ਝੋਨੇ ਦੀ ਜਾਂ ਕਣਕ ਦੀ, ਉੱਥੇ ਇਦਾਂ ਦੀ ਹੈਂਡ ਹੋਲਡਿੰਗ ਕਰਨ ਦੀ ਲੋੜ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਆਏ, ਬੜੀ ਮੁੱਲਵਾਨ ਜਾਣਕਾਰੀ ਤੁਸੀਂ ਦਿੱਤੀ। ਸਾਨੂੰ ਕੈਨੇਡਾ ਅਮਰੀਕਾ 'ਚ ਦੇਖਿਆ ਜਾ ਰਿਹਾ, ਪ੍ਰਵਾਸੀ ਵੀਰ ਆਪਣੀ ਉਸ ਜਨਮ ਭੂਮੀ ਬਾਰੇ ਬਹੁਤ ਫਿਕਰਮੰਦ ਨੇ। ਅਸੀਂ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਨੂੰ ਆਪਣੀ ਕਰਮ ਭੂਮੀ ਬਣਾਇਆ ਔਰ ਤੁਹਾਡੀ ਕਈ ਇੱਕ ਗੱਲ ਨੂੰ ਬੜੇ ਧਿਆਨ ਨਾਲ ਸੁਣਦੇ ਨੇ, ਸਮਝਦੇ ਨੇ, ਦੇਖਦੇ ਨੇ। ਜੇ ਆਪਾਂ ਪ੍ਰਵਾਸੀਆਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਕਿ ਕਿਸ ਤਰ੍ਹਾਂ ਉਹਨਾਂ ਪੰਜਾਬੀਆਂ ਦੀ, ਜਿਹੜੇ ਉਹਨਾਂ ਦੀ ਭੈਣ ਭਰਾ ਨੇ ਖੇਤਾਂ 'ਚ ਕੰਮ ਕਰਨ ਵਾਲੇ ਨੇ, ਜਾਂ ਪੰਜਾਬ ਦੀ ਜਿਹੜੀ ਕਿਸਾਨੀ ਨੂੰ ਬਚਾਉਣ ਦੇ ਲਈ, ਪੰਜਾਬ ਦੇ ਖੇਤਾਂ ਦੇ ਵਿੱਚ ਮੁੜ ਤੋਂ ਹਰਿਆਵਲ ਲਿਆਉਣ ਦੇ ਲਈ, ਕਿਉਂਕਿ ਖੁਦਕੁਸ਼ੀਆਂ ਉੱਗ ਰਹੀਆਂ ਨੇ ਖੇਤਾਂ 'ਚ ਹੁਣ ਤਾਂ, ਤੇ ਕਿਵੇਂ ਬਹਾਰ ਲਿਆਂਦੀ ਜਾ ਸਕਦੀ ਹੈ? ਇੱਥੇ ਬੈਠਾ ਪ੍ਰਵਾਸੀ ਕੀ ਕਰ ਸਕਦਾ ਉਹਨਾਂ ਦੇ ਲਈ? ਦੇਖੋ, ਇੱਕ ਤਾਂ ਤੁਸੀਂ ਜਿਹੜੀ ਪਿਛਲੇ ਸਮੇਂ 'ਚ ਜਿਹੜੇ ਪ੍ਰਵਾਸੀਆਂ ਨੇ ਅੰਦੋਲਨ ਨਾਲ ਮੁੱਠਤਾ ਦਿਖਾਈ ਆ ਨਾ, ਜੀ ਉਹਦੇ ਕਰਕੇ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਨੇ, ਉਹਨਾਂ ਨੇ ਬਿਆਨ ਵੀ ਦਿੱਤੇ ਨੇ। ਹਿੰਦੁਸਤਾਨ ਦੀ ਸਰਕਾਰ ਨੂੰ ਕਿਹਾ ਵੀ ਆ ਕਿ ਕਿਸਾਨਾਂ ਦੇ ਤਸ਼ੱਦਦ ਨਾ ਕੀਤਾ ਜਾਏ, ਉਹਨਾਂ ਦੀਆਂ ਗੱਲਾਂ ਜਿਹੜੀਆਂ ਧਿਆਨ ਨਾਲ ਸੁਣੀਆਂ ਜਾਣ। ਇਸੇ ਤਰ੍ਹਾਂ ਹੀ ਜਿਹੜਾ UN ਦਾ ਡੈਕਲੇਰੇਸ਼ਨ ਆ ਕਿਸਾਨੀ ਬਾਰੇ 2018 ਦਾ, ਉਹਦੇ ਮੁਤਾਬਕ ਵੀ ਜਿਹੜੇ ਸੈਂਟਰ ਗਵਰਨਮੈਂਟ ਹੈ ਉਹਨਾਂ ਨੂੰ ਕੋਈ ਵੀ ਕਾਨੂੰਨ ਜਿਹੜਾ ਕਿਸਾਨਾਂ 'ਤੇ ਥੋਪਣਾ ਨਹੀਂ ਚਾਹੀਦਾ, ਉਹਨਾਂ ਦਾ ਮਸ਼ਵਰਾ ਕਰਕੇ ਲਾਗੂ ਕਰਨਾ ਚਾਹੀਦਾ ਹੈ। ਇਹ ਤਾਂ ਸਪੋਰਟ ਗਈ ਹੈ, ਇਹਦੀ ਮਾਰਲ ਸਪੋਰਟ ਦੀ ਕਾਫੀ ਵਕਤ ਹੈ। ਪਰ ਇਹ ਜੇ ਕਿਸਾਨਾਂ ਦੀਆਂ ਮੌਜੂਦਾ ਮੰਗਾਂ ਮੰਨੀਆਂ ਵੀ ਜਾਣ ਤਾਂ ਵੀ ਜਿਹੜੀ ਪੰਜਾਬ ਦੀ ਕਿਸਾਨੀ ਨੂੰ, ਹਿੰਦੁਸਤਾਨ ਦੀ ਕਿਸਾਨੀ ਨੂੰ ਆਪਣੇ ਮੁੜ ਪੈਰਾਂ ਤੇ ਲਿਆਉਣ ਵਾਸਤੇ ਕਾਫੀ ਹਿੰਮਤ ਤੇ ਮਿਹਨਤ ਕਰਨੀ ਪਏਗੀ। ਇਸ ਕਰਕੇ ਲੋਕਲ ਪੱਧਰ ਤੇ ਜਿਹੜੀਆਂ ਪਿੰਡ ਪੱਧਰ ਤੇ ਸਕੀਮਾਂ ਜਿਹੜੀਆਂ ਉਲੀਕਣੀਆਂ ਪੈਣਗੀਆਂ, ਉਹਦੇ ਵਿੱਚ ਜਿਹੜਾ ਭਾਈਚਾਰਾ ਹੈ, ਜਿਹੜਾ NRIs ਨੇ, ਉਹ ਕਾਫੀ ਮਦਦ ਕਰ ਸਕਦੇ ਨੇ। ਆਲਰੇਡੀ ਮੈਨੂੰ ਪਤਾ ਹੈ ਕਿ ਪੰਜਾਬ ਦੇ 25 ਤੋਂ 30 ਪਿੰਡਾਂ ਦੇ ਵਿੱਚ ਕਾਫੀ ਇਹਨਾਂ ਨੇ ਮਹਾਂਦਰਾ ਬਦਲ ਦਿੱਤਾ ਇੱਥੋਂ ਜਿਹੜੀ ਏਡ ਗਈ ਹੈ। ਇਸ ਤਰ੍ਹਾਂ ਟੈਕਨੀਕਲ ਸਪੋਰਟ ਦੇ ਨਾਲ ਤੁਸੀਂ ਪਿੰਡ ਪੱਧਰ ਤੇ ਬਹੁਤ ਸਾਰੀਆਂ ਚੀਜ਼ਾਂ, ਜਾਣਕਾਰੀ ਜਿਹੜੀ ਹੈ ਦੇ ਸਕਦੇ ਜੇ। ਕੁਝ ਪਿੰਡ ਵੀ ਅਡਾਪਟ ਕੀਤੇ ਜਾ ਸਕਦੇ ਨੇ, ਜਿਵੇਂ ਹੁਣ ਟੀਮਾਂ ਜਿਹੜੀਆਂ ਨੇ ਆ ਕੇ ਇਹਨਾਂ ਦੀ ਡਾਕਟਰੀ ਟੀਮਾਂ ਜਾਂ ਹੋਰ ਕਾਫੀ ਸਹਾਇਤਾ ਕਰੇ, ਕੰਬਲ ਕੋਈ ਵੰਡ ਰਿਹਾ ਹੈਗਾ, ਕਾਫੀ ਮਦਦ ਦੀ ਲੋੜ ਪਏਗੀ। ਉਹ ਸੈਕੰਡ ਫੇਜ਼ ਹੋਏਗਾ। ਉਹ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਮਿਲ ਕੇ, ਲੋਕਲ ਸਰਕਾਰ ਦੇ ਨੁਮਾਇੰਦਿਆਂ ਨਾਲ ਮਿਲ ਕੇ ਇਹੋ ਜਿਹੀ ਮਦਦ ਚਾਹੀਦੀ ਹੈ, ਕਿਉਂਕਿ ਇੱਥੇ ਐਗਰੀਕਲਚਰ ਕਾਫੀ ਵਿਕਸਿਤ ਹੈ। ਤਕਨੀਕ ਪੱਧਰ ਤੋਂ ਵੀ ਉਹਨੂੰ ਕਿਹੜੇ ਪ੍ਰੋਸੈਸ 'ਚ ਪਾਇਆ ਜਾ ਸਕਦਾ, ਉਹਦੀ ਕੁਆਲਿਟੀ ਕਿਵੇਂ ਇੰਪਰੂਵ ਕੀਤੀ ਜਾ ਸਕਦੀ ਹੈ, ਉਹਦੀ ਪੈਕੇਜਿੰਗ ਕਿਵੇਂ ਠੀਕ ਕੀਤੀ ਜਾ ਸਕਦੀ ਹੈ, ਕਿਸਾਨੀ ਨੂੰ ਮਾਰਕੀਟਿੰਗ ਦੇ ਕੰਮ 'ਚ ਕਿਵੇਂ ਨਾਲ ਜੋੜਿਆ ਜਾ ਸਕਦਾ ਹੈ। ਇਹ ਜਿਹੜਾ ਮਾਰਕੀਟਿੰਗ ਦੇ ਵਿੱਚ ਮਾਰਜਨ ਬਹੁਤ ਹੈ। ਬਿਲਕੁਲ। ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪ੍ਰੋਡਕਟ ਹੈ,
ਉਹਦੀ ਕੁਆਲਿਟੀ ਕਾਫੀ ਇੰਪਰੂਵ ਕਰਨ ਦੀ ਲੋੜ ਪਏਗੀ। ਹੂੰ ਹੂੰ ਉਹਦੇ 'ਚ ਜਿਹੜੇ NRI ਭਰਾ ਨੇ, ਹੂੰ ਜਿਹੜੇ ਖਾਸ ਕਰਕੇ ਖੇਤੀਬਾੜੀ ਕਰਦੇ ਨੇ ਜਾਂ ਖੇਤੀ ਦੇ ਖੋਜ ਦੇ ਕੰਮ ਦੇ ਵਿੱਚ ਨੇ, ਜੀ ਜਾਂ ਅਰਥ ਸ਼ਾਸਤਰੀ ਨੇ ਇੱਥੇ ਕੁਝ ਕੰਮ ਕਰ ਰਹੇ ਨੇ, ਹੂੰ ਉਹ ਕਾਫੀ ਪੋਜ਼ਿਟਿਵ ਰੋਲ ਪਲੇ ਕਰ ਸਕਦੇ ਨੇ ਜੀ ਤੇ ਉਹ ਇਸੇ ਮੈਂ ਸਮਝਦਾ ਕਿ ਇਹ ਰੋਲ ਪਲੇ ਕਰਨਾ ਚਾਹੀਦਾ ਹੈ। ਜੀ ਤੁਸੀਂ ਇੱਥੇ ਵੀ ਖੁਸ਼ ਰਹੋ, ਹੂੰ ਉੱਥੇ ਵੀ ਸਾਡੇ ਭੈਣ ਭਾਈ ਜਿਹੜੇ ਨੇ ਉਹ ਖੁਸ਼ ਰਹਿਣ। ਬਿਲਕੁਲ ਜੀ ਡਾਕਟਰ ਸਾਹਿਬ, ਇਸੇ ਉਮੀਦ ਦੇ ਨਾਲ ਹੀ ਆਪਾਂ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਜੋ ਤੁਸੀਂ ਅਖੀਰ ਤੇ ਕਿਹਾ ਕਿ ਅਸੀਂ ਇੱਥੇ ਵੀ ਖੁਸ਼ ਤੇ ਉੱਥੇ ਵੀ ਖੁਸ਼, ਇਹ ਸਾਡਾ ਪਰਦੇਸੀ ਪੰਜਾਬ ਹੈ, ਉਹ ਪੰਜਾਬ ਸਾਡਾ ਪਿਛੋਕੜ ਆ, ਜਨਮ ਭੂਮੀ ਹੈ, ਉੱਥੋਂ ਹਮੇਸ਼ਾ ਠੰਡੀ ਹਵਾ ਦਾ ਬੁੱਲਾ ਆਏ। ਅਸੀਂ ਇੱਥੇ ਚੰਗੀਆਂ ਖਬਰਾਂ ਸਾਂਝੀਆਂ ਕਰੀਏ ਸਾਂਝਾ TV ਤੇ, ਇਸੇ ਉਮੀਦ ਦੇ ਨਾਲ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬ੍ਰੇਕ ਦਾ ਵਕਤ ਹੈ ਦੋਸਤੋ, ਤੇ ਬ੍ਰੇਕ ਤੋਂ ਬਾਅਦ ਆਪਾਂ ਕੈਨੇਡਾ 'ਚ ਕੀ ਕੁਛ ਹੋ ਰਿਹਾ, ਸਾਡੇ ਆਲੇ ਦੁਆਲੇ ਕੀ ਕੁਛ ਵਾਪਰ ਰਿਹਾ, ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆਪਾਂ ਜਲਦੀ ਵਾਪਸ ਆਉਣੇ ਹਾਂ, ਗੱਲਬਾਤ ਜਾਰੀ ਰੱਖਾਂਗੇ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਸਾਰਿਆਂ ਦਾ ਹਾਰਦਿਕ ਸਵਾਗਤ ਹੈ। ਮੈਂ ਗੁਰਬਾਜ ਸਿੰਘ, ਸਾਂਝਾ TV ਤੁਸੀਂ ਦੇਖ ਰਹੇ ਹੋ, ਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਸਾਡੇ ਆਲੇ ਦੁਆਲੇ ਸਥਾਨਕ ਪੱਧਰ ਤੇ ਕੀ ਕੁਛ ਵਾਪਰ ਰਿਹਾ, ਜੋ ਕੁਛ ਸਾਂਝਾ ਕਰਨਾ ਬਣਦਾ, ਉਹਦੇ ਤੇ ਝਾਤ ਪਾਵਾਂਗੇ। ਅੱਜ ਹੀ ਹੁਣ ਆਪਾਂ ਜਿਸ ਤਰ੍ਹਾਂ ਦੇਖੀਏ ਕਿ ਇੱਕ ਦਿਨ ਪਹਿਲਾਂ ਹੀ, ਕੱਲ੍ਹ ਭਾਵ 18 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ BC ਸਰਕਾਰ ਨੇ BC ਨਿਵਾਸੀਆਂ ਨੂੰ ਇਸ ਔਖੀ ਘੜੀ ਦੇ ਵਿੱਚ ਵਿੱਤੀ ਮਦਦ ਮੁਹੱਈਆ ਕਰਾਉਣ ਦੇ ਲਈ ਅਰਜ਼ੀਆਂ ਲੈਣੀਆਂ ਸ਼ੁਰੂ ਕੀਤੀਆਂ ਨੇ। ਸਰਕਾਰ ਨੇ ਇਲੈਕਸ਼ਨਾਂ ਤੋਂ ਪਹਿਲਾਂ NDP ਨੇ ਇਹ ਚੋਣ ਵਾਅਦਾ ਕੀਤਾ ਸੀ ਕਿ $1,000 ਇੱਕ ਪਰਿਵਾਰ ਨੂੰ ਦਿੱਤਾ ਜਾਏਗਾ। ਉਦੋਂ ਸਰਕਾਰ ਨੇ ਕੋਈ ਇਸ ਤਰ੍ਹਾਂ ਦੀ ਸ਼ਰਤ ਨਹੀਂ ਸੀ ਲਾਈ, ਪਰ ਬਾਅਦ ਦੇ ਵਿੱਚ ਇਹ ਐਲਾਨ ਹੋਇਆ, ਸਰਕਾਰ ਜਦੋਂ ਮੈਜੋਰਟੀ ਲੈ ਕੇ ਸੱਤਾ 'ਚ ਆ ਗਈ, ਦੁਬਾਰਾ ਇਕੱਲੀ NDP ਪਾਰਟੀ ਦੀ ਸਰਕਾਰ ਬਣ ਗਈ। ਹੁਣ ਗ੍ਰੀਨ ਪਾਰਟੀ ਦੀ ਮਦਦ ਦੀ ਲੋੜ ਨਹੀਂ ਹੈ, ਸਰਕਾਰ ਸੱਤਾ 'ਚ ਆ ਚੁੱਕੀ ਹੈ, ਸਰਕਾਰ ਦਾ ਕੰਮਕਾਜ ਚੱਲ ਰਿਹਾ ਹੈ, ਤੇ ਹੁਣ ਸਰਕਾਰ ਨੇ ਆਪਣਾ ਵਾਅਦਾ ਵਫਾ ਕਰਨ ਦੇ ਲਈ ਜਿਹੜੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। $1,000 ਦੀ BC ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇਹ ਵਿੱਤੀ ਮਦਦ, ਰਿਕਵਰੀ ਫੰਡ ਦਾ ਇਹਨੂੰ ਨਾਂ ਦਿੱਤਾ ਗਿਆ ਹੈ, ਕਿ ਇਹ COVID-19 ਦੀ ਔਖੀ ਘੜੀ ਵੇਲੇ ਲੋਕਾਂ ਨੂੰ ਸਹਾਇਤਾ ਵਜੋਂ ਅਸੀਂ ਇਹ ਰਾਸ਼ੀ ਦੇ ਰਹੇ ਹਾਂ। ਦੋਸਤੋ, ਸਰਕਾਰਾਂ ਦਾ ਕੋਈ ਆਪਣਾ ਕੋਈ ਖਜ਼ਾਨਾ ਅਫਸਰਾਂ ਦਾ ਜਾਂ ਮੰਤਰੀਆਂ ਦਾ ਜਾਂ ਪ੍ਰੀਮੀਅਰ ਦਾ ਨਹੀਂ ਹੁੰਦਾ। ਅਸੀਂ ਲੋਕ ਹੀ ਹੁੰਦੇ ਹਾਂ ਜਿਹੜੇ ਕੰਮ ਕਰਦੇ ਹਾਂ, ਟੈਕਸ ਕਟਾਉਂਦੇ ਹਾਂ, ਖਜ਼ਾਨਾ ਭਰਦੇ ਹਾਂ, ਉਹਦੇ ਵਿੱਚੋਂ ਹੀ ਇਹ ਮਾਲੀ ਇਮਦਾਦ ਦਿੱਤੀ ਜਾਣੀ ਹੈ। ਤਕਰੀਬਨ 37 ਲੱਖ ਲੋਕ ਇਸ ਦੇ ਘੇਰੇ ਵਿੱਚ ਆਉਣਗੇ। ਇਹਦੀ ਜਿਹੜੀ ਬ੍ਰੈਕਟ ਰੱਖੀ ਗਈ ਹੈ ਕਿ ਕਿੰਨਾ ਲੋਕਾਂ ਨੂੰ ਇਹ ਆਮਦਨ ਜਿਨ੍ਹਾਂ ਦੀ $1.25 ਲੱਖ ਤੋਂ ਘੱਟ ਹੈ, ਇੱਕ ਪਰਿਵਾਰ ਦੀ ਜਿਨ੍ਹਾਂ ਦੀ ਆਮਦਨ $1.25 ਲੱਖ ਤੋਂ ਘੱਟ ਹੈ, ਉਹਨਾਂ ਨੂੰ $1,000 BC ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਣਾ ਹੈ। ਜੇ ਕੋਈ ਇਕੱਲਾ ਵਿਅਕਤੀ ਹੈ ਜਿਹਨੇ ਪਿਛਲੇ ਸਾਲ ਕੰਮ ਕੀਤਾ ਹੈ ਅਤੇ ਉਹਦੀ ਵੱਧ ਤੋਂ ਵੱਧ ਆਮਦਨ $62,500 ਹੈ, ਉਹਨੂੰ $500 ਮਿਲੇਗਾ। ਇਹਦੇ ਲਈ ਅਪਲਾਈ ਕਰਨਾ ਪਏਗਾ, ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਾਂਗਾ ਕਿੱਥੇ ਕਿਵੇਂ ਅਪਲਾਈ ਕਰਨਾ ਹੈ ਅਤੇ ਹੋਰ ਕੀ ਗੱਲਾਂ ਲੋੜੀਂਦੀਆਂ ਨੇ। ਤੁਸੀਂ ਸੋਚਦੇ ਹੋਵੋਗੇ ਕਿ $1.25 ਲੱਖ ਦੀ ਬਹੁਤੀ ਵੱਡੀ ਰਕਮ ਨਹੀਂ ਹੈ, 2 ਜਣੇ ਘਰ 'ਚ ਕਮਾਉਂਦੇ ਨੇ ਤਾਂ $1.25 ਲੱਖ ਤਾਂ ਕਮਾਈ ਹੋ ਜਾਂਦੀ ਹੈ। ਤਾਂ ਫਿਰ ਕੀ ਜਿਨ੍ਹਾਂ ਦੀ 1,26,000 ਹੋਊਗੀ ਉਹਨਾਂ ਨੂੰ ਕੁਛ ਨਹੀਂ ਮਿਲੇਗਾ? ਮਿਲੇਗਾ, ਉਹਨਾਂ ਨੂੰ ਵੀ ਮਿਲੇਗਾ, ਕਿਉਂਕਿ $1,75,000 ਤੱਕ ਇਹ ਉੱਪਰਲੀ ਜਿਹੜੀ ਬ੍ਰੈਕਟ ਰੱਖੀ ਹੋਈ ਹੈ। 1.25 ਲੱਖ ਤੱਕ ਜਿਹਦੀ ਕਮਾਈ ਹੋਏਗੀ ਉਹਨੂੰ ਵੀ ਕੁਛ ਨਾ ਕੁਛ ਮਿਲੇਗਾ। ਜਿਵੇਂ ਜਿਵੇਂ $1.25 ਲੱਖ ਤੋਂ ਇੱਕ ਪਰਿਵਾਰ ਦੀ ਪਿਛਲੇ ਸਾਲ ਦੀ ਆਮਦਨ ਵੱਧਦੀ ਜਾਏਗੀ ਤਾਂ ਉਹ ਜਿਹੜਾ ਮੁਨਾਫਾ ਉਹ ਸਰਕਾਰ ਨੇ ਦੇਣਾ ਉਹ ਘਟਦਾ ਜਾਏਗਾ। ਇਸੇ ਤਰ੍ਹਾਂ ਜੇ ਪਿਛਲੇ ਸਾਲ ਦੇ ਵਿੱਚ ਤੁਸੀਂ ਜਿਹੜਾ ਇੰਨੀ ਕੰਮ ਕੀਤਾ, ਜਿਹੜੀ ਇਸ ਬ੍ਰੈਕਟ 'ਚ ਆਉਂਦੇ ਹੋ, ਹੁਣ ਕਈਆਂ ਦੇ ਇਹ ਵੀ ਮਸਤਕ ਦੇ ਵਿੱਚ ਸਵਾਲ ਹੋਣਗੇ, ਸਾਡੇ ਤੱਕ ਇਸ ਤਰ੍ਹਾਂ ਦੇ ਸਵਾਲ ਆਉਂਦੇ ਨੇ, ਸਾਂਝਾ TV ਤੱਕ ਵੀ ਤੁਸੀਂ ਪਹੁੰਚ ਕੀਤੀ ਹੋਏਗੀ ਕਿ ਕੌਣ ਇਹਦੇ ਲਈ ਯੋਗ ਹੋਏਗਾ। ਉਹਦੇ ਲਈ ਬੜਾ ਸਪਸ਼ਟ ਦਿੱਤਾ ਹੋਇਆ, ਸਰਕਾਰੀ ਵੈਬਸਾਈਟ ਹੈ gov.bc.ca gov.bc.ca। ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਕੌਣ ਪਾਤਰਤਾ ਰੱਖਦੇ ਨੇ। ਫਿਰ ਵੀ ਤੁਹਾਡੇ ਸਾਰਿਆਂ ਲਈ ਮੈਂ ਦੱਸ ਦਿਆਂ, ਤੁਸੀਂ BC ਦੇ ਵਸਨੀਕ ਹੋਣੇ ਚਾਹੀਦੇ ਹੋ। ਪੱਕਾ ਵਸਨੀਕ ਹੋਣਾ ਜ਼ਰੂਰੀ ਨਹੀਂ ਹੈ,
ਤੁਸੀਂ BC ਦੇ ਰੈਜ਼ੀਡੈਂਟ ਹੋਣੇ ਚਾਹੀਦੇ ਹੋ, BC 'ਚ ਰਹਿੰਦੇ ਹੋਣੇ ਚਾਹੀਦੇ ਹੋ। ਤੁਸੀਂ ਇੱਥੇ ਆਏ ਹੋ, ਵਰਕ ਪਰਮਿਟ 'ਤੇ ਆ ਗਏ, ਵਿਆਹ ਕਰਾ ਕੇ ਆ ਗਏ, PR ਲੈ ਕੇ ਆ ਗਏ, ਤੁਸੀਂ ਇੱਥੇ ਸਿਟੀਜ਼ਨ ਹੋ, ਤੁਸੀਂ ਇੱਥੇ ਕੌਮਾਂਤਰੀ ਵਿਦਿਆਰਥੀ ਹੋ, ਪੜ੍ਹਾਈ ਕਰਕੇ ਆ ਗਏ, ਤੁਸੀਂ ਸੀਨੀਅਰ ਹੋ, ਤੁਹਾਨੂੰ ਪੈਨਸ਼ਨ ਮਿਲ ਰਹੀ ਹੈ, ਉਹਨਾਂ ਨੇ ਤੁਹਾਡੀ ਆਮਦਨ ਦੇਖਣੀ ਹੈ। ਆਮਦਨ ਦੇਖਣੀ ਹੈ 2019 ਦੀ, ਕਿਉਂਕਿ 2020 ਦੇ ਵਿੱਚ ਜਿਹੜੀ ਆਪਾਂ ਆਮਦਨ ਭਰੀ ਹੈ ਉਹ 2019 ਦੀ ਸੀ, ਉਹਦਾ ਬੇਸ ਈਅਰ 2019 ਸੀ, ਅਤੇ ਸਰਕਾਰ ਇਹ 2020 'ਚ ਹੀ ਮਦਦ ਦੇ ਰਹੀ ਹੈ, ਤਾਂ ਬੇਸ ਈਅਰ ਸਰਕਾਰ ਨੇ ਫਿਰ 2019 ਨੂੰ ਮੰਨਿਆ। ਸੋ ਪਿਛਲੇ ਸਾਲ 2019 ਦੇ ਵਿੱਚ ਤੁਹਾਡੀ ਆਮਦਨ ਦੇ ਆਧਾਰ 'ਤੇ ਸਰਕਾਰ ਵੱਲੋਂ ਵਨ ਟਾਈਮ ਪੇਮੈਂਟ ਦਿੱਤੀ ਜਾਣੀ ਹੈ, ਜਿਹੜੀ ਟੈਕਸ ਫ੍ਰੀ ਹੋਏਗੀ। ਇੱਕੋ ਵਾਰ ਇੱਕ ਪਰਿਵਾਰ ਨੂੰ ਜਿਹਦੀ ਪਿਛਲੇ ਸਾਲ ਦੀ ਕੁੱਲ ਆਮਦਨ $1.25 ਤੋਂ ਘੱਟ ਹੋਏਗੀ, ਉਹ $1000 ਲੈਣ ਦੇ ਯੋਗ ਹੋਏਗਾ। ਜੇ ਕੋਈ ਇਕੱਲਾ ਕਹਿਰਾ ਵਿਅਕਤੀ ਹੈ, ਅਲੱਗ ਰਹਿੰਦਾ ਹੈ, ਉਹ $500 ਲੈਣ ਦੇ ਯੋਗ ਹੋਏਗਾ। ਇਹਦੇ ਲਈ ਤੁਹਾਨੂੰ ਸਰਕਾਰੀ ਵੈਬਸਾਈਟ 'ਤੇ ਅਪਲਾਈ ਕਰਨਾ ਪਏਗਾ। 18 ਤਰੀਕ ਤੋਂ, ਜਦੋਂ ਸ਼ੁੱਕਰਵਾਰ ਤੋਂ 8:30 ਵਜੇ ਸਰਕਾਰ ਦੀ ਵੈਬਸਾਈਟ 'ਤੇ ਅਰਜ਼ੀਆਂ ਲੈਣੀਆਂ ਸ਼ੁਰੂ ਕੀਤੀਆਂ, ਤਾਂ ਲੋਕਾਂ ਦਾ ਸੈਲਾਬ ਉਮੜ ਪਿਆ। ਇੱਕੋ ਵੇਲੇ ਇੰਨਾ ਟ੍ਰੈਫਿਕ ਹੋ ਗਿਆ, ਰਸ਼ ਪੈ ਗਿਆ ਕਿ ਉਹਦੇ 'ਚ ਦੇਰੀ ਹੋਈ। ਇਹ 15 ਕੁ ਮਿੰਟ ਦੀ ਪ੍ਰਕਿਰਿਆ, 15 ਕੁ ਮਿੰਟਾਂ ਦੇ ਵਿੱਚ ਤੁਸੀਂ ਅਰਜ਼ੀ ਮੁਕੰਮਲ ਕਰ ਸਕਦੇ ਹੋ, ਅਤੇ ਪੈਸਾ ਜਿਹੜਾ ਉਹ ਨਕਦੀ ਨਹੀਂ ਆਏਗਾ, ਕੋਈ ਮੇਲ ਰਾਹੀਂ ਨਹੀਂ ਆਏਗਾ, ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚ ਪਾਇਆ ਜਾਏਗਾ। ਸੋ ਤੁਹਾਡਾ ਬੈਂਕ ਦਾ ਖਾਤਾ ਵੀ ਹੋਣਾ ਜ਼ਰੂਰੀ ਹੈ। ਜੇ ਕਿਸੇ ਨੇ ਅਜੇ ਤੱਕ ਬੈਂਕ ਦਾ ਖਾਤਾ ਨਹੀਂ ਖੁਲਾਇਆ ਅਤੇ ਇਹ ਇਮਦਾਦ ਲੈਣੀ ਆ, ਤਾਂ ਉਹਨੂੰ ਬੈਂਕ 'ਚ ਖਾਤਾ ਖੁਲਾ ਲੈਣਾ ਚਾਹੀਦਾ ਹੈ, ਔਰ ਉਸ ਬੈਂਕ ਖਾਤੇ ਵਿੱਚ ਸਿੱਧੀ ਰਕਮ ਸਰਕਾਰ ਵੱਲੋਂ ਜਮ੍ਹਾਂ ਕਰਵਾਈ ਜਾਏਗੀ। ਜਿਹੜੇ ਵਿਅਕਤੀ ਯੋਗ ਹੋਣਗੇ, ਉਹਦੇ ਲਈ ਤੁਹਾਨੂੰ ਅਪਲਾਈ ਕਰਨ ਵੇਲੇ ਤੁਹਾਡੇ ਕੋਲ BC ਲਾਇਸੈਂਸ ਕਾਰਡ ਜਿਹੜਾ ਉਹ ਹੋਣਾ ਚਾਹੀਦਾ ਹੈ, SIN ਨੰਬਰ ਉਹ ਹੋਣਾ ਚਾਹੀਦਾ, ਉਹ ਤੁਹਾਨੂੰ ਲੋੜ ਪਏਗੀ SIN ਦੀ ਅਪਲਾਈ ਕਰਨ ਵੇਲੇ। ਤੁਸੀਂ ਫੋਨ ਦੇ ਜ਼ਰੀਏ, ਜਿਹਦੇ ਨਾਲ ਨੈੱਟ ਕਨੈਕਟਡ ਹੈ, ਕੰਪਿਊਟਰ ਦੇ ਜ਼ਰੀਏ, ਇੰਟਰਨੈੱਟ ਦੇ ਰਾਹੀਂ, ਤੁਸੀਂ ਟੈਬਲੇਟ ਦੇ ਰਾਹੀਂ, ਕਿਤੋਂ ਵੀ ਕਿਸੇ ਵੀ ਬਰਾਊਜ਼ਰ ਤੋਂ ਤੁਸੀਂ ਇਹ ਅਰਜ਼ੀ ਦੇ ਸਕਦੇ ਹੋ। ਜੇ BC ਦੇ ਵਸਨੀਕ ਹੋ, BC 'ਚ ਰਹਿੰਦੇ ਹੋ, ਤੁਹਾਡੀ ਆਮਦਨ ਦੇਖ ਕੇ, ਆਮਦਨ ਦੇ ਹਿਸਾਬ ਦੇ ਨਾਲ ਜਿਹੜੀ ਬ੍ਰੈਕਟ ਮੈਂ ਤੁਹਾਨੂੰ ਦੱਸੀ ਹੈ, ਉਹਦੇ ਮੁਤਾਬਕ ਇਹ ਮਾਲੀ ਇਮਦਾਦ ਮਿਲਣੀ ਹੈ। ਅਤੇ ਇਹਦੇ ਲਈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਜਿਵੇਂ ਅੱਜ ਲੋਕਾਂ ਨੇ ਕਾਹਲ ਦਿਖਾਈ, ਸਰਕਾਰ ਨੇ ਵੀ ਕਿਹਾ ਕਿ ਸਬਰ ਤੋਂ ਕੰਮ ਲੈਣਾ ਚਾਹੀਦਾ। 30 ਜੂਨ ਤੱਕ ਦਾ ਸਮਾਂ ਦੋਸਤੋ, 30 ਜੂਨ ਤੱਕ ਤੁਸੀਂ ਅਰਜ਼ੀਆਂ ਦੇ ਸਕੋਗੇ। ਅਜੇ ਤਾਂ ਅਰਜ਼ੀਆਂ ਲੈਣੀਆਂ ਸ਼ੁਰੂ ਹੀ ਕੀਤੀਆਂ ਨੇ, ਸੋ 30 ਜੂਨ ਤੱਕ ਤੁਸੀਂ ਅਰਜ਼ੀਆਂ ਦੇ ਸਕੋਗੇ। ਅਰਜ਼ੀਆਂ ਦੇਣ ਲਈ ਇੱਕ ਵਾਰ ਫਿਰ ਮੈਂ ਦੱਸ ਦਿੰਦਾ, gov.bc.ca 'ਤੇ ਜਾ ਕੇ ਤੁਸੀਂ ਇਹ ਅਰਜ਼ੀਆਂ ਦੇ ਸਕੋਗੇ। ਅਤੇ ਸੋਮਵਾਰ ਤੋਂ, ਭਾਵ ਕੱਲ੍ਹ ਤੋਂ, ਇੱਕ ਹੌਟਲਾਈਨ ਵੀ ਸ਼ੁਰੂ ਕਰ ਦੇਣੀ ਹੈ ਸਰਕਾਰ ਨੇ, ਜਿੱਥੇ ਤੁਸੀਂ ਫੋਨ ਕਰਕੇ ਵੀ ਇਹ ਲਾਭ ਹਾਸਲ ਕਰਨ ਦੇ ਲਈ ਆਪਣੀ ਅਰਜ਼ੀ ਦੇ ਸਕੋਗੇ। ਆਪਣੇ ਘਰ ਦੇ ਵਿੱਚ ਕਿਸੇ ਪੜ੍ਹੇ ਲਿਖੇ ਵਿਅਕਤੀ ਦੀ, ਇੱਥੋਂ ਦੇ ਜਿਹੜੇ ਨੌਜਵਾਨ ਨੇ, ਉਹਨਾਂ ਦੀ ਮਦਦ ਲੈ ਸਕਦੇ ਹੋ। ਬੜਾ ਸੰਖੇਪ ਅਤੇ ਬੜਾ ਆਸਾਨ ਜਿਹਾ ਪ੍ਰੋਸੈਸ ਹੈ। ਸੋ ਤੁਸੀਂ ਇਹ ਮਦਦ ਲੈਣ ਦੇ ਲਈ ਆਪਣੇ ਕਿਸੇ ਘਰ ਦੇ ਪਰਿਵਾਰਕ ਮੈਂਬਰ ਦੀ ਵੀ ਮਦਦ ਲੈ ਸਕਦੇ ਹੋ। ਇਹਦੇ ਨਾਲ ਨਾਲ ਹੁਣ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਫੈਡਰਲ ਸਰਕਾਰ ਨੇ ਕੈਨੇਡੀਅਨਸ ਦੀ ਔਖੀ ਘੜੀ ਦੇ ਵਿੱਚ ਮਦਦ ਕਰਨ ਦੇ ਲਈ, ਉਹਨਾਂ ਦਾ ਹੱਥ ਫੜਨ ਦੇ ਲਈ ਸਰਬ ਦਿੱਤਾ, ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ, ਜਿਹਦਾ ਪੂਰਾ ਨਾਂ, ਉਹ ਕੈਨੇਡੀਅਨਸ ਨੂੰ ਦਿੱਤਾ, ਉਹਨਾਂ ਨੂੰ ਜਿਨ੍ਹਾਂ ਦਾ COVID-19 ਦੀ ਵਜ੍ਹਾ ਕਰਕੇ ਕੰਮ ਛੁੱਟ ਗਿਆ, ਘਰੇ ਬਹਿ ਗਏ, ਉਹਨਾਂ ਦੀ ਰੋਜੀ ਰੋਟੀ ਦਾ ਵਸੀਲਾ ਚਲਾ ਗਿਆ। ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ, ਫੈਡਰਲ ਸਰਕਾਰ ਨੇ ਸਰਬ ਦੇਣਾ ਸ਼ੁਰੂ ਕਰਤਾ ਕਿ $2000 ਚੜ੍ਹੇ ਮਹੀਨੇ ਤੁਹਾਨੂੰ ਅਸੀਂ ਦਿੰਦੇ ਹਾਂ, ਤਾਂ ਜੋ ਤੁਸੀਂ ਗਰੋਸਰੀ ਖਰੀਦ ਸਕੋ, ਆਪਣੀਆਂ ਲੋੜਾਂ ਪੂਰੀਆਂ ਕਰ ਸਕੋ। ਜੇ ਕਿਰਾਏ 'ਤੇ ਰਹਿੰਦੇ ਤਾਂ ਮਕਾਨ ਦਾ ਕਿਰਾਇਆ ਦੇ ਸਕੋ। ਕਿ ਤੁਹਾਡੇ 'ਤੇ ਔਖੀ ਘੜੀ ਆਈ ਹੈ, ਸਰਕਾਰ ਨੇ ਉਹ ਇਮਦਾਦ ਕੀਤੀ। ਉਦੋਂ ਸਰਕਾਰ ਇਹ ਇਮਦਾਦ ਜਦੋਂ ਦੇਣਾ ਚਾਹੁੰਦੀ ਸੀ, ਉਹਨਾਂ ਨੂੰ ਪਤਾ ਸੀ ਕਿ ਔਖੇ ਵੇਲੇ ਮਦਦ ਹੋ ਰਹੀ ਹੈ, ਬੈਂਕ ਖਾਤੇ ਖਾਲੀ ਹੋ ਚੁੱਕੇ ਨੇ ਲੋਕਾਂ ਦੇ, ਅਤੇ ਉਹਨਾਂ ਨੂੰ ਫੌਰੀ ਮਦਦ ਦੀ ਲੋੜ ਹੈ। ਸਰਕਾਰ ਨੇ ਥੋੜ੍ਹੀ ਜਿਹੀ ਕਾਹਲੀ ਵੀ ਕੀਤੀ, ਅਫਸਰਸ਼ਾਹੀ ਨੇ ਬਹੁਤਾ ਧਿਆਨ ਨਾ ਦਿੱਤਾ। ਜੇ ਧਿਆਨ ਦਿੱਤਾ ਤਾਂ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਕਿ ਕੋਈ ਨਹੀਂ, ਬਾਅਦ 'ਚ ਦੇਖਾਂਗੇ, ਜਿਹੜਾ ਵੀ ਅਪਲਾਈ ਕਰਦਾ ਉਹਨੂੰ ਤੁਸੀਂ ਦੇ ਦਿਓ। 4,40,000 ਤੋਂ ਵਧੇਰੇ ਅਜਿਹੇ ਲੋਕ CRA ਨੇ ਸਾਹਮਣੇ ਲਿਆਂਦੇ ਨੇ, ਜਿਹੜੇ ਸਮਝਿਆ ਜਾ ਰਿਹਾ ਕਿ ਸਰਬ ਲੈਣ ਲਈ ਯੋਗ ਨੇ, ਕਿ ਉਹਨਾਂ ਨੂੰ ਲੋੜ ਨਹੀਂ ਸੀ ਅਪਲਾਈ ਕਰਨ ਦੀ, ਜਾਂ ਤਾਂ ਉਹਨਾਂ ਨੇ ਗਲਤੀ ਨਾਲ ਅਪਲਾਈ ਕਰ ਦਿੱਤਾ, ਉਹਨਾਂ ਨੂੰ ਕੋਈ ਭੁਲੇਖਾ ਲੱਗ ਗਿਆ, ਜਾਂ ਫਿਰ ਉਹਨਾਂ ਨੂੰ ਇਹ ਲੱਗਿਆ ਕਿ ਹੋਊ ਪਰੇ ਵੇਖੀ ਜਾਊ, ਜਦੋਂ ਵਾਪਸ ਕਰਨਾ ਪਿਆ ਕਰ ਦਿਆਂਗੇ, ਹੁਣ ਕੇਰਾਂ ਲੈ ਲਓ। ਸੋ ਉਹਨਾਂ
ਨੂੰ ਵਾਪਸ ਕਰਨ ਦੇ ਲਈ CRA ਨੇ ਚਿੱਠੀਆਂ ਕੱਢਤੀਆਂ 4,40,000 ਤੋਂ ਵਧੇਰੇ ਕੈਨੇਡੀਅਨਸ ਨੂੰ। ਕੁਛ ਕੈਨੇਡੀਅਨਸ ਦੇ ਵਿੱਚ ਫਿਰ ਇਸ ਗੱਲ ਦੀ ਘਬਰਾਹਟ ਫੈਲ ਗਈ ਜਿਨ੍ਹਾਂ ਦੇ ਕੋਲ ਅਜੇ ਵੀ ਪੈਸਾ ਨਹੀਂ ਸੀ ਜਾਂ ਅਜੇ ਵੀ ਜਿਨ੍ਹਾਂ ਨੂੰ ਕਿਤੇ ਨੌਕਰੀ ਨਹੀਂ ਮਿਲੀ ਸੀ, ਜਿਨ੍ਹਾਂ ਦਾ ਕੋਈ ਕੰਮ ਨਹੀਂ ਸੀ ਚੱਲਿਆ। ਸੋਸ਼ਲ ਮੀਡੀਆ 'ਤੇ ਕੱਲ੍ਹ ਇਹ ਸਾਰਾ ਦਿਨ ਟ੍ਰੈਂਡ ਹੁੰਦੀ ਰਹੀ ਗੱਲਬਾਤ ਸਰਬ ਕਿ ਸਰਬ ਵਾਪਸ ਮੋੜਨਾ ਪੈ ਰਿਹਾ, ਪਰ ਸਾਰੇ ਲੋਕਾਂ ਨੂੰ ਮੋੜਨਾ ਨਹੀਂ ਪੈ ਰਿਹਾ। ਸਿਰਫ ਜਿਨ੍ਹਾਂ ਬਾਰੇ CRA ਨੇ ਸਮਝਿਆ ਕਿ ਉਹ ਇਹਦੇ ਲਈ ਯੋਗ ਨਹੀਂ, ਉਹਨਾਂ ਨੇ ਲੈ ਲਿਆ ਅਤੇ ਉਹਨਾਂ ਨੂੰ ਵਾਪਸ ਦੇਣਾ ਪਏਗਾ। ਬਿਲਕੁਲ ਅਸੀਂ ਵੀ ਇਸ ਗੱਲ ਦੇ ਹੱਕ 'ਚ ਹਾਂ ਕਿ ਜਿਨ੍ਹਾਂ ਨੇ ਜਾਣ ਬੁੱਝ ਕੇ ਨਜਾਇਜ਼ ਅਰਜ਼ੀਆਂ ਭਰੀਆਂ ਨੇ, ਸਰਕਾਰੀ ਸਹਾਇਤਾ ਲਈ, ਉਹਨਾਂ ਨੂੰ ਵਾਪਸ ਕਰਨੀ ਬਣਦੀ ਆ, ਉਹਨਾਂ ਦਾ ਕੋਈ ਹੱਕ ਨਹੀਂ। ਇਹ ਲੋੜਵੰਦਾਂ ਲਈ ਸੀ ਜਿਹਦਾ ਵਧੀਆ ਕੰਮ ਚੱਲੀ ਗਿਆ, ਕਾਰੋਬਾਰ ਚੱਲੀ ਗਏ ਅਤੇ ਉਹਨਾਂ ਨੂੰ ਚੈੱਕ ਆਉਂਦੇ ਰਹੇ ਤਨਖਾਹ ਦੇ ਰੂਪ ਦੇ ਵਿੱਚ, ਉਹਨਾਂ ਨੂੰ ਇਹ ਨਹੀਂ ਸੀ ਲੈਣਾ ਚਾਹੀਦਾ। ਇਹ ਲੋੜਵੰਦਾਂ ਲਈ ਸੀ ਅਤੇ ਇਹਦੇ ਲਈ ਹੁਣ ਕੁਛ ਵਿਦਿਆਰਥੀਆਂ ਦੀ ਫਿਕਰਮੰਦੀ ਸ਼ੁਰੂ ਹੋ ਗਈ ਸੀ ਕਿ ਵਿਦਿਆਰਥੀਆਂ ਦਾ ਕੀ ਬਣੇਗਾ ਜੀ, ਉਹਨਾਂ ਦਾ ਕੌਣ ਵਾਲੀ ਵਾਰਸ ਹੈ। ਅਤੇ ਫਿਰ ਪ੍ਰਧਾਨ ਮੰਤਰੀ ਟਰੂਡੋ ਨੇ ਭਰੋਸਾ ਦਿਵਾਇਆ ਕਿ ਕੈਨੇਡੀਅਨਸ ਨੂੰ ਫਿਕਰ ਕਰਨ ਦੀ ਲੋੜ ਨਹੀਂ, ਫੌਰੀ ਇਮਦਾਦ ਵਾਪਸ ਕਰਨ ਲਈ ਅਸੀਂ ਨਹੀਂ ਕਹਿ ਰਹੇ। ਜਿਹੜੀਆਂ ਵਾਰਨਿੰਗ ਲੈਟਰਸ ਦਿੱਤੀਆਂ ਨੇ ਉਹਦੇ ਤੋਂ ਇਹ ਭਾਵ ਨਹੀਂ ਲਿਆ ਜਾਣਾ ਚਾਹੀਦਾ ਕਿ ਅੱਜ ਚਿੱਠੀ ਆ ਗਈ ਤਾਂ ਤੁਹਾਨੂੰ ਹਰ ਹਾਲਤ ਦੇ ਵਿੱਚ ਇਸੇ ਹਫ਼ਤੇ ਜਾਂ ਅਗਲੇ ਦਿਨ ਉਹ ਰਾਸ਼ੀ ਵਾਪਸ ਕਰਨ ਲਈ ਕਹਿ ਰਹੇ ਹਾਂ। ਤੁਹਾਨੂੰ ਕੋਈ ਸਮਾਂ ਮਿਲੇਗਾ ਕਿਉਂਕਿ ਜਿਹੜੀਆਂ ਇਹ ਸਰਕਾਰੀ ਏਜੰਸੀਆਂ ਨੇ, ਫੈਡਰਲ ਏਜੰਸੀਆਂ ਨੇ, ਇਹ ਆਪਣੇ ਲੋਕਾਂ ਦੇ ਉੱਪਰ ਉਹਨਾਂ ਦੀ ਧੌਣ 'ਤੇ ਤਲਵਾਰ ਨਹੀਂ ਰੱਖਦੀਆਂ ਕਿ ਜੇ ਤੁਸੀਂ ਰਾਸ਼ੀ ਲੈ ਲਈਏ ਤਾਂ ਵਾਪਸ ਕਰੋ। ਇਹਦੇ ਲਈ ਤੁਹਾਨੂੰ ਇਸ ਗੱਲੋਂ ਵੀ ਖਬਰਦਾਰ ਰਹਿਣਾ ਚਾਹੀਦਾ ਕਿਉਂਕਿ ਅਜਿਹੇ ਨਾਜ਼ੁਕ ਸਮੇਂ 'ਤੇ ਠੱਗ ਬੜੇ ਚੌਕਸ ਹੋ ਜਾਂਦੇ ਨੇ, ਠੱਗ ਬੜੇ ਸਰਗਰਮ ਹੋ ਜਾਂਦੇ ਨੇ। ਉਹਨਾਂ ਦੇ ਤੁਹਾਨੂੰ ਫੋਨ ਆ ਸਕਦੇ ਨੇ ਕਿ ਤੁਹਾਨੂੰ ਸਰਬ ਨਜਾਇਜ਼ ਮਿਲਿਆ, ਹੁਣੇ ਵਾਪਸ ਕਰੋ, ਇੱਥੇ ਜਾਓ, ਇੱਦਾਂ ਵਾਪਸ ਕਰੋ। ਉਹਨਾਂ ਦੇ ਝਾਂਸੇ 'ਚ ਨਾ ਆ ਜਾਣਾ। ਜਿਹੜੀ BC ਸਰਕਾਰ ਬਾਰੇ ਵੀ ਮੈਂ ਦੱਸ ਕੇ ਹਟਿਆ ਕਿ $1,000 ਦੀ ਇੱਕ ਪਰਿਵਾਰ ਨੂੰ ਆਮਦਨ ਜਿਹਦੀ $1.25 ਤੋਂ ਘੱਟ ਆ ਉਹਨਾਂ ਨੂੰ ਮਿਲਣਾ, ਉਹਦੇ ਬਾਰੇ ਵੀ ਇਸ ਤਰ੍ਹਾਂ ਦੇ ਧੋਖੇ ਹੋ ਸਕਦੇ ਨੇ ਕਿਉਂਕਿ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ। ਸੋ ਕੋਈ ਵੀ ਤੁਹਾਡੇ ਕੋਲ ਐਸਾ ਫੋਨ ਆਵੇ, ਆਪਣੇ ਆਪ ਆਵੇ, ਫੋਨ ਕਰੇ ਅਤੇ ਤੁਹਾਨੂੰ ਕਵੇ ਕਿ ਤੁਹਾਨੂੰ $1,000 ਦੇਣਾ ਅਤੇ ਤੁਹਾਡੇ ਤੋਂ ਸਾਰੇ ਬੈਂਕ ਅਕਾਊਂਟ ਦੀ ਜਾਣਕਾਰੀ ਮੰਗੇ ਤਾਂ ਪੋਲੇ ਪੈਰੀਂ ਕਿਸੇ ਨੂੰ ਤੁਸੀਂ ਜਾਣਕਾਰੀ ਨਹੀਂ ਦੇਣੀ। ਫੋਨ ਦੇ ਉੱਪਰ SIN ਨੰਬਰ ਤੁਸੀਂ ਉੱਥੇ ਦੇਣਾ ਜਿੱਥੇ ਤੁਹਾਨੂੰ ਪੂਰਾ ਯਕੀਨ ਹੈ, ਭਰੋਸਾ ਹੈ। ਸਰਕਾਰੀ ਵੈਬਸਾਈਟ 'ਤੇ ਜਿਹੜੀ ਹੌਟਲਾਈਨ ਦਾ ਨੰਬਰ ਜੋ ਲਿਖਿਆ ਹੋਇਆ ਤੁਸੀਂ ਉੱਥੇ ਫੋਨ ਕੀਤਾ ਤਾਂ। ਜੇ ਕੋਈ ਵੈਸੇ ਤੁਹਾਨੂੰ ਫੋਨ ਕਰਦਾ ਹੈ ਤਾਂ ਤੁਹਾਨੂੰ ਬਹੁਤ ਵਿਜੀਲੈਂਟ ਰਹਿਣ ਦੀ ਲੋੜ ਹੈ, ਬਹੁਤ ਖਬਰਦਾਰ ਰਹਿਣ ਦੀ ਲੋੜ ਹੈ। ਠੱਗੀ ਤੋਂ ਬਚਣ ਦੇ ਲਈ ਤੁਹਾਨੂੰ ਆਪਣੀਆਂ ਅੱਖਾਂ ਖੋਲ੍ਹ ਕੇ ਰੱਖਣੀਆਂ ਪੈਣਗੀਆਂ, ਆਲੇ ਦੁਆਲੇ ਬਾਰੇ ਖਬਰਦਾਰ ਰਹਿਣਾ ਪਏਗਾ। ਸੋ ਇਸ ਤਰ੍ਹਾਂ ਜਿਹੜੀ ਇਹ ਕੈਨੇਡਾ ਦੇ ਵਿੱਚ ਇਹ ਦੋ ਮੁੱਖ ਗੱਲਾਂ ਇਸੇ ਹਫ਼ਤੇ 1-2 ਦਿਨ ਦੇ ਫਰਕ ਨਾਲ ਇਹ ਸ਼ੁਰੂ ਹੋਈਆਂ ਨੇ, ਇਹ ਤੁਹਾਨੂੰ ਦੱਸਣੀਆਂ ਬਣਦੀਆਂ ਸੀ ਕਿਉਂਕਿ ਸਾਂਝਾ TV ਸਾਡਾ ਸਾਰਿਆਂ ਦਾ ਸਾਂਝਾ ਮੰਚ ਹੈ। ਆਉਣ ਵਾਲੇ ਦਿਨਾਂ 'ਚ ਵੀ ਅਸੀਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਸਾਰਿਆਂ ਦੇ ਲਈ ਜ਼ਰੂਰੀ ਗੱਲਾਂ ਬਾਤਾਂ ਨੇ, ਸਾਂਝੀਆਂ ਖਬਰਾਂ ਨੇ, ਸਾਡੇ ਆਲੇ ਦੁਆਲੇ 'ਚ ਜੋ ਕੁਛ ਵਾਪਰਿਆ ਉਹਦੇ ਬਾਰੇ ਦੱਸਣਾ ਬਣਦਾ, ਉਹ ਅਸੀਂ ਦੱਸਦੇ ਰਹਾਂਗੇ। ਔਰ ਤੁਹਾਡੀ ਫੀਡਬੈਕ ਦੀ ਵੀ ਸਾਨੂੰ ਲੋੜ ਪਏਗੀ। ਤੁਸੀਂ ਇਸ ਪ੍ਰੋਗਰਾਮ ਬਾਰੇ ਤੁਸੀਂ ਆਪਣੀ ਰਾਏ ਮਸ਼ਵਰਾ ਭੇਜ ਸਕਦੇ ਹੋ। ਇਹਦੇ ਨਾਲ ਇਹ ਦੱਸ ਦਈਏ ਜਿਹੜੇ ਕਿ ਸਟੈਟ ਕੈਨੇਡਾ ਦਾ ਅੰਕੜਾ ਵਿਭਾਗ ਹੈ, ਉਹ ਇਸ ਤਰ੍ਹਾਂ ਦੇ ਅੰਕੜੇ ਜਾਰੀ ਕਰਦਾ। ਹੁਣ ਅਕਤੂਬਰ ਮਹੀਨੇ ਦੇ ਅੰਕੜੇ ਜਾਰੀ ਹੋਏ ਨੇ ਜਿਹਦੇ 'ਚ ਇਹ ਪਤਾ ਲੱਗਾ ਕਿ ਰਿਟੇਲ ਸੈਕਟਰ 'ਚ ਬੜਾ ਇਜ਼ਾਫਾ ਹੋ ਗਿਆ। ਰਿਟੇਲ ਸੈਕਟਰ 'ਚ ਕਾਰਾਂ ਵੇਚਣ ਵਾਲੀਆਂ ਜਿਹੜੀਆਂ ਡੀਲਰਸ਼ਿਪ ਇਹ ਆ ਜਾਂਦੀਆਂ ਨੇ ਅਤੇ ਜਿਹੜੀਆਂ ਪਾਰਟਸ ਵੇਚਦੀਆਂ ਨੇ ਉਹ ਵੀ ਆ ਜਾਂਦੀਆਂ ਨੇ। ਸੋ ਪੈਂਡੈਮਿਕ ਦੇ ਇਸ ਦੌਰਾਨ ਵੀ ਕੈਨੇਡਾ ਦੇ ਵਿੱਚ ਰਿਟੇਲ ਸੈਕਟਰ ਨੇ ਉੱਪਰ ਵੱਲ ਨੂੰ ਜਿਹੜੀ ਅੱਗੇ ਵੱਲ ਨੂੰ ਉਲਾਂਘ ਭਰੀ ਹੈ। ਇਹ ਕੈਨੇਡੀਅਨ ਅਰਥਚਾਰੇ ਦੇ ਲਈ ਇੱਕ ਵਧੀਆ ਸ਼ਗਨ ਸਮਝਿਆ ਜਾਣਾ ਚਾਹੀਦਾ ਹੈ। ਜੇ ਉਸ ਅੰਕੜਿਆਂ 'ਤੇ ਨਿਗਾਹ ਮਾਰੀਏ ਤਾਂ BC ਦੇ ਵਿੱਚ ਵੀ ਇਹ ਅੰਕੜੇ ਜਿਹੜੇ ਹੈ ਉੱਪਰ ਚੜ੍ਹੇ ਨੇ ਅਤੇ ਇਹਨਾਂ ਨੂੰ ਹਾਂ ਪੱਖੀ ਸਮਝਿਆ ਜਾ ਰਿਹਾ BC ਦੇ ਅਰਥਚਾਰੇ ਦੇ ਲਈ ਵੀ। ਇੱਥੇ ਵੀ ਰਿਟੇਲ ਸੈਕਟਰ ਦੇ ਵਿੱਚ ਸਾਨੂੰ ਇਜ਼ਾਫਾ ਦੇਖਣ ਨੂੰ ਮਿਲਿਆ। ਜ਼ਿਆਦਾ ਲੋਕ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰਨ ਲੱਗੇ ਨੇ। ਸਰਕਾਰ ਇੰਪਲਾਇਰ ਨੂੰ ਵੀ ਕਹਿ ਰਹੀ ਹੈ ਅਤੇ ਘਰਾਂ ਤੋਂ ਕੰਮ ਕਰਨ ਵਾਲਿਆਂ ਨੂੰ ਵੀ ਘਰਾਂ ਤੋਂ ਕੰਮ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਨੇ ਇੱਕ ਹੋਰ ਨਵਾਂ ਨਿਯਮ ਲਿਆਂਦਾ। ਪਹਿਲਾਂ ਵੀ ਜਿਹੜੇ ਲੋਕ ਘਰਾਂ 'ਚ ਹੀ ਦਫ਼ਤਰ ਦਾ ਕੰਮ ਕਰਦੇ ਨੇ ਤਾਂ ਉਹ ਕਲੇਮ ਕਰਦੇ ਸੀ ਕਿ ਮੇਰਾ ਇੰਨੇ ਬਾਏ ਇੰਨੇ ਦਾ ਕਮਰਾ ਹੈ, ਉਹਦੇ 'ਚ ਮੈਂ ਇੰਟਰਨੈਟ ਲਗਵਾਇਆ, ਕੰਪਿਊਟਰ ਰੱਖੇ ਨੇ, ਸਟੇਸ਼ਨਰੀ ਲਿਆਂਦੀ ਹੈ। ਉਹ ਖਰਚੇ ਤੁਸੀਂ ਕਲੇਮ ਕਰਦੇ ਸੀ ਜਦੋਂ ਰਿਟਰਨ ਫਾਈਲ ਕਰਦੇ ਸੀ। ਪਰ ਹੁਣ ਜੇ ਕਿਸੇ ਨੇ ਸਾਰਾ ਸਾਲ ਨਹੀਂ 4 ਹਫ਼ਤੇ ਵੀ ਕੰਮ ਕੀਤਾ ਘਰੇ ਬਹਿ ਕੇ, ਉਹਨੂੰ ਇੱਕੋ ਦਮ ਜਦੋਂ ਲੋਕਡਾਊਨ ਹੋਇਆ ਸੀ ਅਤੇ ਘਰੇ ਬਹਿਣਾ ਪਿਆ ਦਫ਼ਤਰ ਦੇ ਲਈ, ਉਹਨੇ ਆਪਣੇ ਇੰਪਲਾਇਰ ਲਈ ਘਰੇ ਬਹਿ ਕੇ ਕੰਮ ਕੀਤਾ ਤਾਂ ਉਹਨੂੰ ਵੀ $2 ਰੋਜ਼ਾਨਾ ਦੇ ਹਿਸਾਬ ਦੇ ਨਾਲ
CRA 'ਚ ਤੁਸੀਂ ਕਲੇਮ ਕਰ ਸਕੋਗੇ। ਉਹ ਤੁਸੀਂ ਆਪਣੇ ਅਕਾਊਂਟੈਂਟ ਨਾਲ ਗੱਲਬਾਤ ਕਰਕੇ ਵੀ ਪਤਾ ਕਰ ਸਕਦੇ ਜਦੋਂ ਰਿਟਰਨ ਫਾਈਲ ਕਰਨੀ ਹੋਈ। ਸੋ ਇਹ ਕੁਛ ਸਰਕਾਰ ਦੀਆਂ ਨਵੀਆਂ ਜਿਹੜੀਆਂ ਸਕੀਮਾਂ ਸੀ ਜਾਂ ਐਲਾਨ ਸਨ। ਇਹ ਇਸ ਤਰ੍ਹਾਂ ਦੇ ਪ੍ਰੋਗਰਾਮ ਅਸੀਂ ਆਉਣ ਵਾਲੇ ਸਮੇਂ 'ਚ ਵੀ ਦੋਸਤੋ ਲਿਆਉਂਦੇ ਰਹਾਂਗੇ। ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਵੀ ਕਰਵਾਉਂਦੇ ਰਹਾਂਗੇ। ਸਾਂਝਾ TV ਤੁਹਾਡਾ ਆਪਣਾ ਮੰਚ ਹੈ। ਸਲਾਹ ਮਸ਼ਵਰੇ ਲਈ ਹਮੇਸ਼ਾ ਸਾਡੀਆਂ ਲਾਈਨਾਂ ਵੀ ਖੁੱਲ੍ਹੀਆਂ ਰਹਿੰਦੀਆਂ ਨੇ। ਈਮੇਲ ਕਰਕੇ ਵੀ ਤੁਸੀਂ ਸਾਡੇ ਤੱਕ ਆਪਣੀ ਰਾਏ ਮਸ਼ਵਰਾ ਭੇਜ ਸਕਦੇ ਹੋ। ਸੋ ਇੱਥੇ ਹੀ ਹੁਣ ਮੈਨੂੰ ਤੁਹਾਡੇ ਤੋਂ ਆਗਿਆ ਲੈਣੀ ਪਏਗੀ। ਫਿਰ ਅਗਲੀ ਮੁਲਾਕਾਤ ਤੁਹਾਡੇ ਨਾਲ ਜਲਦੀ ਕਰਾਂਗੇ। ਹਮੇਸ਼ਾ ਦੇ ਲਈ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੋ। ਆਪਣੇ ਨੂੰ ਦੱਸੋ, ਪਰਿਵਾਰਾਂ ਨੂੰ ਦੱਸੋ, ਦੋਸਤਾਂ ਮਿੱਤਰਾਂ ਨੂੰ ਦੱਸੋ, ਅਤੇ ਬਾਕੀ ਸਾਰੇ ਪ੍ਰੋਗਰਾਮ, ਕਿਉਂਕਿ ਇੱਥੇ ਇਸ ਮੰਚ ਤੋਂ, ਇਸ ਚੈਨਲ ਤੋਂ ਵੈਰਾਈਟੀ ਪ੍ਰੋਗਰਾਮ ਦਿੱਤੇ ਜਾਂਦੇ ਨੇ। ਦੁਨੀਆ ਭਰ ਦੀਆਂ ਖਬਰਾਂ ਤੁਸੀਂ ਇਸ ਚੈਨਲ ਤੋਂ ਦੇਖ ਸਕਦੇ ਹੋ। ਮਾਹਰਾਂ ਨਾਲ ਮੁਲਾਕਾਤਾਂ ਹੁੰਦੀਆਂ ਨੇ। ਹਰ ਸ਼ੋਬੇ ਨਾਲ ਜੁੜੀ ਗੱਲਬਾਤ ਇਸ ਚੈਨਲ ਤੋਂ ਤੁਸੀਂ ਦੇਖਦੇ ਹੋ, ਅਤੇ ਵੱਧ ਤੋਂ ਵੱਧ ਲੋਕਾਂ ਤੱਕ ਅਸੀਂ ਸਮਝਦੇ ਹਾਂ ਕਿ ਸਾਡੀ ਪਹੁੰਚ ਹੈ, ਇਹ ਪਹੁੰਚ ਬਣੀ ਰਹੇ। ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਹੋਏਗਾ। ਬਹੁਤ ਸਾਰਾ ਸ਼ੁਕਰੀਆ, ਧੰਨਵਾਦ ਤੁਹਾਡਾ। ਫਿਰ ਮੁਲਾਕਾਤ ਜਲਦੀ ਹੋਏਗੀ। ਧੰਨਵਾਦ। Please subscribe our channel and press the bell icon ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ।